मित्र प्यारे हाल मुरीदा दा कहना। गुरु नानक पद पंकज बंदन, पाद पंकज बंदना। सिमरौ अंगद दुख निकंदन, गुर अमरदास हृदय नित ध्यावो हृदय। श्री गुरु रामदास गुण गा, गुर अर्जन विघ्नन के नासक विघ्नन के। हर गोबिंद शुभ सुमत परकाश, श्री हर राय नमो कार जोरी नमो कार जो। श्री हर कृष्ण मनाओ बहोरी, गुर तेग बहादुर परम कृपाला जी परम कृपा। श्री गुरु गोबिंद सिंह बेसा, तारो तरा पर पुन पुन सीसा जी पुन पुन शीस। बंदा बार बार जग एक अंकारा सतगुरु, तेह प्रसाद सच हो। वाहेगुरु जी की फतेह है विघ्न विनाशन, वाहेगुरु जी की फतेह है विघ्न विनाशन सोए। दोहरा 1795 खान बहादुर नवाब, और न बहु दुख सिंगन दियो पापी बड़ो खराब। वाहिगुरु जी का खालसा, वाहिगुरु जी की फतेह। जुग हो जुग अटल, चवर छतर तख्त के मालक, ਸਾਹਿਬ ਕਮਾਲ ਦਸਾਂ ਪਾਤਸ਼ਾਹੀਆਂ ਦੇ ਪਾਵਨਾਤਮਕ ਸਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਲੜੀਵਾਰ ਗੁਰੂ का ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਪਾਸ ਗੁਰੂ ਦਰਬਾਰਾਂ ਅੰਦਰ ਜੁੜ ਬੈਠੇ ਹੋ। ਕੱਲ੍ਹ ਦੇ ਪ੍ਰਕਰਣ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਪ੍ਰਸੰਗ ਆਪ ਨੇ ਸਰਵਣ ਕੀਤਾ ਹੈ। ਦੀਪਮਾਲਾ ਦਾ ਮੇਲਾ ਨਾ ਲੱਗਣ ਕਰਕੇ, ਤੁਰਕਾਂ ਦੀ ਨੀਤੀ ਖੋਟ ਕਰਕੇ ਸਾਰੀਆਂ ਸੰਗਤਾਂ ਕੁਝ ਰਾਹ ਵਿੱਚੋਂ ਵਾਪਸ ਮੁੜ ਗਈਆਂ, ਕੁਝ ਆਈਆਂ ਨਹੀਂ। 10,000 ਰੁਪਈਆ ਚੜ੍ਹਾਵਾ ਜੋ ਸੰਗਤਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਚੜ੍ਹਨਾ ਸੀ, ਉਹਦੇ ਵਿੱਚੋਂ ਸਰਕਾਰ ਨੂੰ ਦੇਣਾ ਸੀ। ਭਾਈ ਮਨੀ ਸਿੰਘ ਜੀ ਉਹ ਦੇ ਨਾ ਸਕੇ, ਕਾਰਨ ਸੰਗਤਾਂ ਦੀ ਆਮਦ ਨਾ ਹੋਣੀ। ਤੁਰਕ ਕਹਿੰਦੇ ਸਾਨੂੰ 10,000 ਰੁਪਈਆ ਦਿਓ, ਭਾਈ ਸਾਹਿਬ ਕਹਿੰਦੇ 10,000 ਕਾਹਦਾ, ਸੰਗਤ ਤਾਂ ਆਈ ਨਹੀਂ ਤੁਹਾਡੀ ਵਜ੍ਹਾ ਕਰਕੇ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ, ਲਾਹੌਰ ਵਿਖੇ ਲਿਜਾਇਆ ਗਿਆ। ਸ਼ਾਹੂਕਾਰ ਮਾਇਆ ਧਾਰੀ ਗੁਰਸਿੱਖ ਆਏ,
ਭਾਈ ਮਨੀ ਸਿੰਘ ਜੀ ਨੂੰ ਰਿਹਾ ਕਰਾਉਣ ਦਾ ਯਤਨ ਕੀਤਾ, ਪਰ ਭਾਈ ਸਾਹਿਬ ਨੇ ਹੁਕਮ ਕੀਤਾ, ਨਹੀਂ ਭਾਈ ਸਾਡਾ ਸਮਾਂ ਆ ਗਿਆ ਜੇ, ਨਾਲੇ ਅਸੀਂ ਸਰਕਾਰ ਨੂੰ ਪੈਸਾ ਕਿਸ ਚੀਜ਼ ਦਾ ਦਈਏ। ਇਹਨਾਂ ਨੇ ਮੇਲਾ ਤਾਂ ਹੋਣ ਨਹੀਂ ਦਿੱਤਾ ਤੇ 10,000 ਰੁਪਇਆ ਕਾਹਦਾ। ਜ਼ਕਰੀਆ ਖਾਨ ਜਿਹੜਾ ਸੀ ਉਹਨੇ ਉਸੇ ਵਕਤ ਕਾਜ਼ੀਆਂ ਨੂੰ ਬੁਲਾ ਕੇ ਫਤਵਾ ਜਾਰੀ ਕਰਵਾ ਦਿੱਤਾ, ਪਹਿਲਾ ਵਚਨ ਮੁਸਲਮਾਨ ਬਣੋ, ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਕਾਜ਼ੀ ਨੇ ਫਤਵਾ ਲਾਇਆ ਕਿ ਇਹਨਾਂ ਦਾ ਬੰਦ ਕੱਟ ਦਿੱਤਾ ਜਾਏ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੂੰ ਨਖਾਸ ਚੌਂਕ ਵਿੱਚ ਬਿਠਾ ਕਰਕੇ ਬੰਦ ਕੱਟਿਆ ਗਿਆ। ਸਰੀਰ ਦਾ ਇੱਕ ਹਿੱਸਾ ਜਿੱਥੇ ਜੋੜ ਹੁੰਦੇ ਨੇ ਉੱਥੋਂ ਭਾਈ ਮਨੀ ਸਿੰਘ ਜੀ ਦਾ ਸਰੀਰ ਜੁਦਾ ਵੱਖਰਾ ਕੀਤਾ। ਸੁਖਮਣੀ ਸਾਹਿਬ ਜੀ ਦਾ ਜਾਪ ਕਰਦੇ ਰਹੇ। ਅਖੀਰ ਸਯਦ ਨੇ ਤਲਵਾਰ ਮਾਰ ਕੇ ਭਾਈ ਮਨੀ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਬਾਣੀ ਪੜ੍ਹ ਰਹੇ ਸਨ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਸੁਖਮਣੀ ਸਾਹਿਬ ਜੀ ਦਾ ਜਾਪ ਕਰਦਿਆਂ ਗੁਰਸਿੱਖ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਗੁਰਸਿੱਖੀ ਜਿਹੜੀ ਸੀ ਸਾਬਤ ਕਰ ਵਿਖਾਈ। ਸੋ ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ 1795 ਖਾਨ ਬਹਾਦਰ ਨਵਾਬ। ਸੋ ਇਸੇ ਪ੍ਰਕਾਰ 1795 ਦੇ ਵਿੱਚ ਲਾਹੌਰ ਦਾ ਜਿਹੜਾ ਸੂਬਾ ਖਾਨ ਬਹਾਦਰ ਹੈ, ਉਹਨ ਬਹੁ ਦੁੱਖ ਸਿੰਘਨ ਦਿਓ ਪਾਪੀ ਵਡੋ ਖਰਾਬ। ਇਸ ਨੇ ਗੁਰੂ ਕੇ ਸਿੱਖਾਂ ਨੂੰ ਬੜੇ ਦੁੱਖ ਦਿੱਤੇ, ਬੜੇ ਤਸੀਹਤ ਦਿੱਤੇ। ਬੜਾ ਵੱਡਾ ਪਾਪੀ ਸੀ ਤੇ ਖਰਾਬ ਖੱਜਲ ਖੁਆਰੀ ਕਰਨ ਵਾਲਾ ਇਨਸਾਨ ਸੀ। ਨੀਅਤ ਖੋਟੀ ਸੀ ਤੇ ਹਰ ਵਕਤ ਸਿੰਘਾਂ ਦੇ ਨਾਲ ਵੈਰ ਪਾ ਕੇ ਰੱਖਦਾ ਹੈ। ਮਨੀ ਸਿੰਘ ਜਬ ਮਾਰਿਓ ਬੰਦ ਤਿਸੈ ਕਟਾਏ। ਇਸ ਪਾਪੀ ਖਾਨ ਬਹਾਦਰ ਨੇ ਸੰਤ ਸਰੂਪ ਮਹਾਪੁਰਸ਼ ਬ੍ਰਹਮ ਗਿਆਨੀ ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਭਾਈ ਮਨੀ ਸਿੰਘ ਜੀ ਨੂੰ ਤਸੀਹੇ ਦੇ ਕੇ ਬੰਦ ਕਟਾ ਕੇ ਸ਼ਹੀਦ ਕਰਾ ਦਿੱਤਾ ਹੈ। ਹੋਰ ਸਿੰਘ ਤੇ ਜੋ ਮਰੇ ਉਹ ਸਭ ਸਕੈ ਗਿਨਾਏ। ਇਸ ਤੋਂ ਬਾਅਦ ਹੋਰ ਕਿੰਨੇ ਕੁ ਸਿੰਘਾਂ ਦੀ ਗਿਣਤੀ ਕਰੀਏ, ਕੌਣ ਉਹਨਾਂ ਦੀ ਗਿਣਤੀ ਕਰ ਸਕਦਾ ਹੈ ਜਿਨ੍ਹਾਂ ਨੂੰ ਜ਼ਕਰੀਆ ਖਾਨ ਨੇ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਹੈ। ਭਾਈ ਮਨੀ ਸਿੰਘ ਜੀ ਦੇ ਨਾਲ ਦੇ ਸਾਰੇ ਸਿੱਖ ਸ਼ਹੀਦ ਕਰ ਦਿੱਤੇ। ਬਹੁਤ ਸਾਰੇ ਸਿੰਘਾਂ ਨੂੰ ਇਹਨੇ ਮਾਰ ਕੇ ਤੇ ਆਪਣੇ ਆਪ ਨੂੰ, ਆਪਣੇ ਮਨ ਨੂੰ ਝੂਠੀ ਤਸੱਲੀ ਦਿੱਤੀ ਕਿ ਮੈਂ ਸਾਰੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ। ਕਈ ਚਰਖ ਕਈ ਫਾਂਸੀ ਮਾਰੇ। ਕਈ ਸਿੰਘਾਂ ਨੂੰ ਚਰਖੜੀਆਂ ਉੱਤੇ ਚਾੜ ਕੇ ਸ਼ਹੀਦ ਕੀਤਾ। ਬੇਅੰਤ ਸਿੰਘਾਂ ਨੂੰ ਫਾਹੇ ਦੇ ਕੇ, ਫਾਂਸੀ ਦੇ ਕੇ, ਗਲ ਦੇ ਵਿੱਚ ਰੱਸਾ ਪਾ ਕੇ ਫਾਂਸੀ ਦੇ ਕੇ ਮਾਰ ਦਿੱਤਾ। ਕਈ ਤੋਪਾਂ ਤੇ ਛੁਰੀ ਕਟਾਰੇ। ਕਈਆਂ ਨੂੰ ਤੋਪਾਂ ਦੇ ਮੂਹਰੇ ਖੜਾ ਕਰਕੇ ਤੇ ਤੋਪਾਂ ਦੇ ਗੋਲੇ ਮਾਰ ਕੇ ਸ਼ਹੀਦ ਕਰ ਦਿੱਤਾ। ਕਈਆਂ ਨੂੰ ਛੁਰੀ ਦੇ ਨਾਲ ਜੇਬਾ ਕਰ ਦੇਣਾ, ਸਾਹ ਰਗ ਵੱਢ ਦੇਣੀ ਛੁਰੀ ਦੇ ਨਾਲ, ਸਾਹ ਰਗ ਵੱਢ ਕੇ ਤੜਫਾ ਕੇ ਸ਼ਹੀਦ ਕੀਤਾ। ਕਈਆਂ ਨੂੰ ਕਟਾਰਾ ਮਾਰ ਕੇ ਮਾਰ ਦਿੱਤਾ। ਜਿਹੜੀ ਮੂੰਗਲੀ ਹੁੰਦੀ ਆ ਨਾ, ਜਿਹਨੂੰ ਮੂਸਲ ਕਹਿੰਦੇ ਆ, ਕਈਆਂ ਸਿੰਘਾਂ ਦੇ ਜਿਹੜੇ ਸੀਸ ਸਨ ਉਹ ਮੂੰਗਲੀਆਂ ਦੇ ਨਾਲ, ਮੂਸਲਾਂ ਦੇ ਨਾਲ ਕੁੱਟ ਦਿੱਤੇ ਹਨ। ਕਈਆਂ ਨੂੰ ਪਾਣੀ ਦੇ ਵਿੱਚ ਡੋਬ ਦਿੱਤਾ। ਕਈਆਂ ਨੂੰ ਘੋੜਿਆਂ ਪਿੱਛੇ ਬੰਨ੍ਹ ਕੇ ਘਸੀਟ ਕੇ ਸ਼ਹੀਦ ਕਰ ਦਿੱਤਾ। ਕਈਆਂ ਨੂੰ ਧਰਤੀ ਵਿੱਚ ਦੱਬ ਦਿੱਤਾ। ਕਈਆਂ ਨੂੰ ਦਰਖਤਾਂ ਤੇ ਟੰਗ ਕੇ ਪੁੱਠੀ ਖੱਲ ਲੁਹਾ ਦਿੱਤੀ। ਕਈਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਜਿਹੜੇ ਹਜ਼ਾਰਾਂ ਹੀ ਸਿੱਖ ਲਾਹੌਰ ਦੇ ਵਿੱਚ ਸ਼ਹੀਦ ਹੋ ਗਏ, ਉਹਨਾਂ ਸਿੱਖਾਂ ਦੀ ਕੌਣ ਗਿਣਤੀ ਕਰ ਸਕਦਾ ਹੈ।
ਕਪੜ ਬਹਾਏ। ਇਸੇ ਪ੍ਰਕਾਰ ਪਾਂਤ 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 ਕਹਿੰਦੇ ਪੰਗਤੀ ਨੂੰ, ਕਈ ਕਈ ਸਿੰਘ ਸੈਂਕੜੇ ਸਿੰਘ ਲਿਆ ਕੇ ਤੇ ਪੰਗਤੀਆਂ ਦੇ ਵਿੱਚ ਬਿਠਾ ਦਿੰਦੇ ਸਨ, ਲਾਈਨਾਂ ਦੇ ਵਿੱਚ ਬਿਠਾ ਦਿੰਦੇ ਸਨ। ਸਾਤ ਤੇਗਨ ਕੇ ਸੀਸ ਉਡਵਾਏ। ਤੇ ਤੇਗਾਂ ਮਾਰ ਮਾਰ ਕੇ ਉਹਨਾਂ ਸਿੰਘਾਂ ਦੇ ਸੀਸ ਲਾ ਦਿੱਤੇ। ਜਦੋਂ ਜ਼ਿਆਦੀ ਗਿਣਤੀ ਸਿੰਘਾਂ ਦੀ ਇੱਕੋ ਲਾਈਨ ਦੇ ਵਿੱਚ ਬਿਠਾ ਲਿਆ ਤੇ ਤੇਗਾਂ ਮਾਰ ਮਾਰ ਕੇ ਉਹਨਾਂ ਦੇ ਸੀਸ ਜਿਹੜੇ ਸਨ ਧੜ ਦੇ ਨਾਲੋਂ ਜੁਦਾ ਕਰ ਦਿੱਤੇ ਹਨ। ਕਿਸੇ ਹੱਥ ਕਿਸੇ ਟੰਗ ਕਟਵਾਏ। ਕਿਸੇ ਦਾ ਹੱਥ ਵੱਢ ਦਿੱਤਾ, ਕਿਸੇ ਦੀਆਂ ਲੱਤਾਂ ਵੱਢ ਦਿੱਤੀਆਂ ਹਨ। ਅੱਖ ਕੱਟ ਕਿਸੇ ਖਲ ਕਢਵਾਏ। ਕਿਸੇ ਦੀ ਅੱਖ ਕੱਢ ਦਿੱਤੀ ਇੱਕ, ਕਿਸੇ ਦੀਆਂ ਦੋਹਾਂ ਅੱਖਾਂ ਕੱਢ ਦਿੱਤੀਆਂ ਤੇ ਪੁੱਠੀ ਖਲ ਜਿਉਂਦਿਆਂ ਦੀ ਲੁਹਾ ਦਿੱਤੀ। ਕੇਸਨ ਵਾਲੋ ਜੋ ਨ ਹੋਈ। ਜਿਹੜਾ ਵੀ ਸਿੱਖ ਕੇਸਾਂ ਵਾਲਾ ਹੁੰਦਾ ਸੀ ਨਾ, ਭਾਵ ਜਿਹਦੇ ਸਿਰ ਦੇ ਉੱਪਰ ਕੇਸ ਹੁੰਦੇ ਸਨ, ਪਾਰ ਵਿਦ ਲਬ ਛੱਡੇ ਨ ਹੋਈ। ਭਾਵੇਂ ਕੋਈ ਬੱਚਾ ਹੋਵੇ, ਭਾਵੇਂ ਕੋਈ ਬਜ਼ੁਰਗ ਹੋਵੇ, ਇਹ ਤੁਰਕ ਉਹਨੂੰ ਜਿਉਂਦਾ ਨਹੀਂ ਸਨ ਛੱਡਦੇ। ਜਿਹਦੇ ਸਿਰ ਉੱਪਰ ਕੇਸ ਹੋਣੇ, ਇਹਨਾਂ ਨੇ ਇਹੀ ਕਹਿਣਾ ਇਹ ਸਿੰਘ ਹੀ ਨੇ, ਮਾਰ ਦਿਓ ਇਹਨਾਂ ਨੂੰ। ਉਹਨਾਂ ਨੇ ਕੇਸਾਂ ਵਾਲਾ ਕੋਈ ਵੀ ਮਨੁੱਖ ਜਿਹੜਾ ਹੈ ਪੰਜਾਬ ਦੀ ਧਰਤੀ ਤੇ ਇਉਂ ਕਹਿ ਲਓ ਵੀ ਜਿਉਂਦਾ ਨਹੀਂ ਛੱਡਿਆ। ਦੋਹਰਾ ਸਿੰਘਨ ਕੈ ਉਨਾਕ ਪੱਕੈ ਵਿੱਚ ਮਾਰਿਓ ਹਕੀਕਤ ਰਾਏ। ਇਸੇ ਪ੍ਰਕਾਰ ਕੁਝ ਲੜਕੀਆਂ ਸਨ, ਲੜਕੀਆਂ ਦੇ ਤਾਂ ਕੇਸ ਹੁੰਦੇ ਨਾ ਬੀਬੀਆਂ ਦੇ, ਜਿਹੜੀਆਂ ਜਵਾਨ ਲੜਕੀਆਂ ਹੁੰਦੀਆਂ ਸਨ ਉਹਨਾਂ ਦਾ ਸਿਰ ਲਾਹ ਦੇਣਾ। ਉਹਨਾਂ ਦਾ ਸਿਰ ਲਾ ਕੇ ਤੇ ਤੁਰਕ ਜ਼ਕਰੀਆ ਖਾਨ ਦੇ ਕੋਲ ਲਾਹੌਰ ਦਰਬਾਰ ਵਿੱਚ ਲੈ ਜਾਂਦੇ। ਉਹ ਸਿਰ ਵਿਖਾਉਂਦੇ, ਆ ਜੀ ਅਸੀਂ ਸਿੰਘ ਮਾਰਿਆ। ਜਦੋਂ ਲਾਹੌਰ ਵਿੱਚ ਜ਼ਕਰੀਆ ਖਾਨ ਉਹ ਸਿਰ ਵੇਖਦਾ, ਸੀਸ ਵੇਖਦਾ ਲੜਕੀਆਂ ਦੇ ਕੁੜੀਆਂ ਦੇ, ਤੇ ਵੇਖ ਕੇ ਬਚਨ ਕਹਿੰਦਾ ਵੀ ਇਹ ਸਿੰਘ ਨੇ। ਹਾਂਜੀ ਇਹ ਸਿੰਘਾਂ ਦਾ ਬੱਚਾ ਛੋਟਾ ਸੀ ਹਲੇ, ਅਸੀਂ ਮਾਰ ਦਿੱਤਾ। ਲੜਕੀਆਂ ਨੂੰ ਮਾਰ ਦੇਣਾ, ਭਜੰਗਣਾ ਨੂੰ ਮਾਰ ਦੇਣਾ ਤੇ ਜਾ ਕੇ ਇਹੀ ਕਹਿ ਦੇਣਾ ਵੀ ਇਹ ਸਿੱਖਾਂ ਦਾ ਬੱਚਾ ਸੀ, ਛੋਟੀ ਉਮਰਾਂ ਦਾ ਸੀ, ਇਹਨੂੰ ਮਾਰ ਦਿੱਤਾ ਹੈ। ਇਸ ਪ੍ਰਕਾਰ ਸਿੰਘਨ ਕੈ ਉਨ ਅੱਕ ਪਕੈ, ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰਦਿਆਂ ਕਰਦਿਆਂ ਤੇ ਭੁਲੇਖੇ ਦੇ ਵਿੱਚ ਇਹਨਾਂ ਨੇ ਇੱਕ ਹਕੀਕਤ ਰਾਏ ਨਾਮ ਦਾ ਸਿੱਖ ਮਾਰ ਦਿੱਤਾ ਹੈ। ਜਿਹੜਾ ਹਕੀਕਤ ਰਾਏ ਸੀ ਅਸਲ ਦੇ ਵਿੱਚ ਸਿਆਲਕੋਟ ਦੇ ਵਿੱਚ ਰਹਿਣ ਵਾਲਾ ਭਾਈ ਬਾਗਮਲ, ਬਾਗਮਲ ਦਾ ਪੁੱਤਰ ਸੀ। ਸਿਆਲਕੋਟ ਇਹਨਾਂ ਦੀ ਨਗਰੀ ਸੀ। ਬਾਗਮਲ ਦੀ ਜਿਹੜੀ ਘਰਵਾਲੀ ਬੀਬੀ ਗੌਰੀ ਸੀ, ਉਹਨੂੰ ਗੌਰਾ ਵੀ ਕਹਿੰਦੇ ਨੇ, ਉਹ ਗੁਰਸਿੱਖ ਦੀ ਬੇਟੀ ਸੀ ਕਿਸੇ। ਬਾਗਮਲ ਜਿਹੜੇ ਸਨ ਹਿੰਦੂ ਪਰਿਵਾਰ ਦੇ ਨਾਲ ਤਾਲੁਕਾਤ ਰੱਖਦੇ ਸਨ। ਇਸ ਤਰ੍ਹਾਂ ਬੀਬੀ ਗੌਰਾ ਤੇ ਭਾਈ ਬਾਗਮਲ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਤੇ ਉਹਦਾ ਨਾਮ ਹਕੀਕਤ ਰਾਏ ਰੱਖਿਆ ਗਿਆ। ਤੇ ਜਦੋਂ ਵੱਡੇ ਹੋਏ ਇਹਨਾਂ ਦਾ ਵਿਆਹ ਹੋਇਆ ਬਟਾਲੇ ਸ਼ਹਿਰ ਵਿੱਚ ਹਕੀਕਤ ਰਾਏ ਦਾ। ਉਹਨਾਂ ਦੀ ਸਪਤਨੀ ਦਾ ਨਾਮ ਦੁਰਗਾ ਦੇਵੀ ਸੀ। ਬਟਾਲੇ ਦੇ ਵਿੱਚ ਇੱਕ ਗੁਰਸਿੱਖ ਸਨ ਭਾਈ ਬੁੱਧ ਸਿੰਘ ਬਟਾਲੀਏ। ਇਹ ਉਹਨਾਂ ਦੀ ਸੰਗਤ ਵਿੱਚ ਰਹਿੰਦੇ, ਉਹਨਾਂ ਦੀ ਸੰਗਤ ਕੀਤੀ ਤੇ ਗੁਰਸਿੱਖੀ ਦਾ ਬੜਾ ਪ੍ਰਭਾਵ ਪਿਆ ਇਹਨਾਂ ਦੇ ਜੀਵਨ ਉੱਪਰ। ਮਾਤਾ ਪਿਤਾ ਨੇ ਰਾਜ ਭਾਸ਼ਾ ਪੜ੍ਹਾਉਣ ਵਾਸਤੇ, ਸਮੇਂ ਦੀ ਭਾਸ਼ਾ ਸਿਖਾਉਣ ਵਾਸਤੇ, ਜ਼ਿਆਦਾਤਰ ਫਾਰਸੀ ਦਾ ਵੀ ਪ੍ਰਭਾਵ ਸੀ। ਨਗਰ ਦੇ ਵਿੱਚ ਜਿੱਥੇ ਮੌਲਾਣੇ ਬੱਚਿਆਂ ਨੂੰ ਵਿਦਿਆ ਪੜ੍ਹਾਉਂਦੇ ਸਨ, ਫਾਰਸੀ ਆਦਿਕ ਪੜ੍ਹਾਉਂਦੇ ਸਨ, ਅਰਬੀ ਪੜ੍ਹਾਉਂਦੇ ਸਨ, ਹਕੀਕਤ ਰਾਏ ਨੂੰ ਭਾਈ ਬਾਗਮਲ ਨੇ ਉੱਥੇ ਪੜ੍ਹਨ ਪਾ ਦਿੱਤਾ। ਜਿਹੜੀ ਜਾਮੇ ਮਸਜਿਦ ਹੁੰਦੀ ਸੀ ਪਹਿਲਾਂ, ਉਹਦੇ ਵਿੱਚ ਮੌਲਾਣੇ ਪੜ੍ਹਾਈ ਕਰਾਇਆ ਕਰਦੇ ਸਨ। ਉੱਥੇ ਜਿਹੜੇ ਮੁਸਲਮਾਨ ਲੜਕੇ ਸਨ, ਉਹਨਾਂ ਨੇ ਦੇਵੀ ਦੇ ਸੰਬੰਧ ਦੇ ਵਿੱਚ ਕੁਝ ਬੋਲ ਕਬੋਲ ਬੋਲੇ, ਮਾੜੇ ਬਚਨ ਆਖੇ। ਭਾਈ ਹਕੀਕਤ ਰਾਏ ਨੇ ਉਹਨਾਂ ਨੂੰ ਜਵਾਬ ਵੀ ਦਿੱਤਾ, ਪਰ ਅਖੀਰ ਭਾਈ ਹਕੀਕਤ ਰਾਏ ਕਹਿੰਦੇ ਵੀ ਜਿਹੜੇ ਮੁਹੰਮਦ ਸਾਹਿਬ ਹੋਏ ਨੇ ਤੁਹਾਡੇ ਬੜੇ ਸਤਿਕਾਰਯੋਗ ਹੋਏ ਨੇ। ਉਹਨਾਂ ਦੀ ਬੇਟੀ ਬੀਬੀ ਫਾਤਮਾ ਹੋਈ ਹੈ। ਹਕੀਕਤ ਰਾਏ ਕਹਿੰਦਾ ਵੀ ਜੇ ਮੈਂ ਬੀਬੀ ਫਾਤਮਾ ਬਾਰੇ ਮਾੜੇ ਸ਼ਬਦ ਵਰਤਾਂ, ਜਿਵੇਂ ਤੁਸੀਂ ਦੇਵੀ ਬਾਰੇ ਮਾੜੇ ਸ਼ਬਦ ਵਰਤ ਰਹੇ ਹੋ, ਉਹਨੂੰ ਬੁਰਾ ਭਲਾ ਕਹਿ ਰਹੇ ਹੋ ਤੇ ਮੈਨੂੰ ਮਾੜਾ ਲੱਗ ਰਿਹਾ।
ਜੇ ਮੈਂ ਮੁਹੰਮਦ ਸਾਹਿਬ ਦੀ ਬੇਟੀ ਬੀਬੀ ਫਾਤਮਾ ਬਾਰੇ ਮਾੜੇ ਸ਼ਬਦ ਬੋਲਾਂ ਤੁਹਾਨੂੰ ਵੀ ਤਾਂ ਬੁਰਾ ਲੱਗੇਗਾ ਨਾ, ਮਾੜਾ ਲੱਗੇਗਾ। ਪਰ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ। ਮੰਨ ਲਓ ਵੀ ਜਿਵੇਂ ਤੁਸੀਂ ਮਾੜਾ ਬੋਲਦੇ ਹੋ, ਜੇ ਮੈਂ ਮਾੜਾ ਬੋਲਾਂ ਤੇ ਤੁਹਾਨੂੰ ਬੁਰਾ ਲੱਗੇਗਾ। ਇਹ ਜਿਹੜੀ ਗੱਲ ਮੌਲਵੀਆਂ ਨੂੰ ਚੰਗੀ ਨਹੀਂ ਲੱਗੀ, ਨਾ ਮੌਲਵੀ ਨੂੰ ਚੰਗੀ ਲੱਗੀ ਤੇ ਨਾ ਉੱਥੇ ਜਿਹੜੇ ਪੜ੍ਹਨ ਵਾਲੇ ਲੜਕੇ ਸਨ, ਨਾ ਉਹਨਾਂ ਨੂੰ ਇਹ ਗੱਲ ਚੰਗੀ ਲੱਗੀ। ਉਹਨਾਂ ਨੇ ਜਾ ਕੇ ਸਿਆਲਕੋਟ ਦਾ ਜਿਹੜਾ ਨਵਾਬ ਸੀ, ਜਿਹਦਾ ਨਾਮ ਸੀ ਅਮੀਰ ਬੇਗ, ਅਮੀਰ ਬੇਗ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਹਕੀਕਤ ਰਾਏ ਦੀ, ਤੇ ਲਾਹੌਰ ਜਾ ਕੇ ਇਹਨਾਂ ਦਾ ਚਲਾਨ ਜਿਹੜਾ ਸੀ ਜ਼ਕਰੀਆ ਖਾਨ ਦੇ ਕੋਲੋਂ ਕਰਵਾਇਆ ਵੀ ਇਹਨਾਂ ਨੇ ਇਸ ਤਰ੍ਹਾਂ ਮੁਹੰਮਦ ਸਾਹਿਬ ਦੀ ਬੇਟੀ ਬਾਰੇ ਅਜਿਹੇ ਸ਼ਬਦ ਵਰਤੇ, ਤੋਹਮਤਾਂ ਲਾ ਦਿੱਤੀਆਂ, ਇਹ ਤਾਂ ਸਿੱਖ ਹੈ। ਤੇ ਹਕੀਕਤ ਰਾਏ ਨੂੰ ਫੜ ਕੇ ਆਖਿਆ ਵੀ ਮੁਸਲਮਾਨ ਬਣ ਜਾ, ਜੇ ਭਲਾ ਚਾਹੁੰਦਾ ਤੇਰੀ ਜਾਨ ਬਖਸ਼ ਦਿਆਂਗੇ। ਹਕੀਕਤ ਰਾਏ ਕਹਿੰਦਾ ਵੀ ਮੈਂ ਮੁਸਲਮਾਨ ਕਿਉਂ ਬਣਾ, ਮੇਰੀ ਗਲਤੀ ਕੋਈ ਨਹੀਂ, ਮੈਂ ਤਾਂ ਯੋਗ ਗੱਲ ਸਹੀ ਗੱਲ ਆਖੀ ਸੀ, ਜਿਹੜੀ ਗੱਲ ਸਹੀ ਸੀ ਉਹੀ ਆਖੀ, ਵੀ ਮੈਂ ਕਿਹੜਾ ਝੂਠ ਮਾਰਿਆ, ਮੈਂ ਮਾੜਾ ਤਾਂ ਨਹੀਂ ਨਾ ਬੋਲਿਆ, ਬੁਰਾ ਤਾਂ ਨਹੀਂ ਕਿਹਾ। ਉਹਨਾਂ ਦਿਨਾਂ ਦੇ ਵਿੱਚ ਸਿੰਘਾਂ ਦਾ ਕਤਲੇਆਮ ਵੀ ਚੱਲਦਾ ਸੀ, ਤੇ ਜ਼ਕਰੀਆ ਖਾਨ ਕਹਿੰਦਾ ਵੀ ਇਹ ਵੀ ਸਿੱਖ ਹੀ ਹੈ, ਕਿਉਂਕਿ ਕੇਸਾਧਾਰੀ ਸੀਗਾ। ਇਸ ਤਰ੍ਹਾਂ ਉਹਨਾਂ ਨੇ ਹਕੀਕਤ ਰਾਏ ਵੀ ਸ਼ਹੀਦ ਕਰ ਦਿੱਤਾ। ਅੱਜ ਵੀ ਹਕੀਕਤ ਰਾਏ ਦਾ ਜਿਹੜਾ ਅਸਥਾਨ ਹੈ ਉਹ ਲਾਹੌਰ ਦੇ ਵਿੱਚ ਸ਼ਸ਼ੋਭਤ ਹੈ। ਸੋ ਇਸ ਕਰਕੇ ਭਾਈ ਰਤਨ ਸਿੰਘ ਕਹਿੰਦੇ ਸਿੰਘਨ ਕੈ ਉਨ ਅੱਕ ਪਕੈ ਵਿੱਚ ਮਾਰਿਓ ਹਕੀਕਤ ਰਾਏ। ਸਿੰਘਾਂ ਦੇ ਭੁਲੇਖੇ ਵਿੱਚ ਜਿਹੜਾ ਧਰਮ ਪੁੱਤਰ ਹਕੀਕਤ ਰਾਏ ਸੀ ਉਹ ਵੀ ਜ਼ਕਰੀਆ ਖਾਨ ਨੇ ਲਾਹੌਰ ਦੇ ਸੂਬੇਦਾਰ ਨੇ ਮਾਰ ਦਿੱਤਾ ਹੈ। ਜੈਸੇ ਬਨਿਓ ਮਾਸ ਖੇਤਾ ਖਾਵਤ ਰੋੜ ਬਣਾਏ। ਇਹ ਗੱਲ ਹੁਣ ਇਸ ਤਰ੍ਹਾਂ ਬਣ ਗਈ ਵੀ ਜਿਵੇਂ ਇੱਕ ਬਾਣੀਆ ਸੀ, ਕੰਜੂਸ ਬੜਾ ਸੀ, ਕੰਜੂਸ ਸੀਗਾ, ਤੇ ਹੁਣ ਉਹਦੇ ਮਨ ਵਿੱਚ ਲਾਲਸਾ ਸੀ ਮਾਸ ਖਾਣ ਦੀ। ਉਹਨੇ ਕੀ ਕੀਤਾ ਵੀ ਰੋੜ ਲੈ ਲਏ, ਰੋੜ ਲੈ ਕੇ ਤੇ ਪਤੀਲੇ 'ਚ ਪਾ ਲਏ, ਚੰਗੀ ਤਰ੍ਹਾਂ ਤੜਕਾ ਤੁੜਕਾ ਲਾ ਕੇ, ਮਾਸ ਨਹੀਂ ਪਾਇਆ, ਮਾਸ ਦੀ ਜਗ੍ਹਾ ਤੇ ਰੋੜ ਪਾ ਲਏ। ਉਹਨੂੰ ਰੋੜਾਂ ਨੂੰ ਤੜਕਾ ਲਾ ਕੇ ਤਰੀ ਜੀ ਵਧੀਆ ਬਣਾ ਕੇ ਤੇ ਖਾਣ ਬਹਿ ਗਿਆ। ਹੁਣ ਜਿਹੜੇ ਮਾਸ ਖਾਣ ਵਾਲੇ ਨੇ ਉਹ ਤਾਂ ਹੱਡੀਆਂ ਜਿਹੜੀਆਂ ਨੇ ਉਹ ਖਾ ਖਾ ਕੇ ਚੂਸ ਕੇ ਸੱਟਦੇ ਨੇ, ਉਹ ਜਿਹੜੀਆਂ ਉਹ ਰੋੜਾਂ ਸਨ ਨਾ ਬਾਣੀਆਂ, ਉਹਨਾਂ ਨੂੰ ਮੂੰਹ ਵਿੱਚ ਪਾ ਕੇ ਤੇ ਇਸ ਤਰ੍ਹਾਂ ਅਨੁਭਵ ਕਰਦਾ ਵੀ ਜਿਵੇਂ ਮਾਸ ਹੀ ਖਾ ਰਿਹਾ। ਉਹ ਰੋੜ ਨੂੰ ਹੀ ਮਾਸ ਸਮਝ ਕੇ ਤੇ ਰੋੜ ਹੱਡੀਆਂ ਸਮਝ ਕੇ ਚੂਸ ਚੂਸ ਕੇ ਬਾਹਰ ਸੱਟੀ ਜਾਂਦਾ ਹੈ। ਇਹੋ ਜਿਹੇ ਹਾਲਾਤ ਜਿਹੜੇ ਸਨ ਉਸ ਸਮੇਂ ਸੂਬਾ ਲਾਹੌਰ ਦੇ ਬਣ ਗਏ ਹਨ। ਇਸ ਤਰ੍ਹਾਂ ਇਹਨਾਂ ਨੇ ਖਾਲਸੇ ਨੂੰ ਬਹੁਤ ਜ਼ਿਆਦਾ ਦੁੱਖ ਦਿੱਤਾ ਹੈ। 4 ਕੁੰਟਾਂ ਦੇ ਵਿੱਚ ਸ਼ੋਰ ਮਚ ਗਿਆ, ਹਾਹਾਕਾਰ ਮਚ ਗਈ। ਇਸੇ ਪ੍ਰਕਾਰ ਉਹ ਜਿਹੜਾ ਸ਼ੋਰ ਸੀਗਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੀ ਦੀ ਸਭਾ ਵਿੱਚ ਸੁਣਿਆ ਗਿਆ। ਇੱਕ ਅਦਾਲਤ ਇੱਥੇ ਧਰਤੀ ਤੇ ਹੈ ਨਾ, ਜਿੱਥੇ ਕਾਨੂੰਨ ਫੈਸਲਾ ਕਰਦਾ ਹੈ। ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜੇ ਕਾਜ਼ੀਆਂ ਕੋਲੋਂ ਇਨਸਾਫ ਕਰਾਉਂਦੇ ਸਨ, ਫੈਸਲਾ ਸੁਣਾਉਂਦੇ ਸਨ। ਇੱਕ ਉਹ ਦਰਗਾਹ ਹੈ ਜਿਹੜੀ ਸੱਚੀ ਦਰਗਾਹ ਹੈ ਅਕਾਲ ਪੁਰਖ ਦੀ। ਦੁਨੀਆ ਦੇ ਵਿੱਚ ਰਿਸ਼ਵਤ ਚੱਲ ਜਾਂਦੀ ਹੈ, ਅਦਾਲਤਾਂ ਵਿੱਚ ਝੂਠ ਮਾਰਿਆ ਜਾਂਦਾ ਹੈ, ਜੱਜ ਵਿਕ ਜਾਂਦੇ ਨੇ, ਪਰ ਪਰਮਾਤਮਾ ਦੀ ਜਿਹੜੀ ਸੱਚੀ ਦਰਗਾਹ ਹੈ ਉਹਦੇ ਵਿੱਚ ਸੱਚ ਦਾ ਹੀ ਕੇਵਲ ਇਨਸਾਫ ਹੁੰਦਾ ਹੈ। ਕੇਵਲ ਅਕਾਲ ਪੁਰਖ ਦੀ ਦਰਗਾਹ ਵਿੱਚ ਸੱਚ ਹੀ ਵਿਚਾਰਿਆ ਜਾਂਦਾ ਹੈ। ਇੱਥੇ ਲੋਕ ਝੂਠ ਮਾਰ ਕੇ ਬਚ ਜਾਂਦੇ ਨੇ, ਪਰ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿੱਚ ਕੋਈ ਝੂਠ ਨਹੀਂ ਮਾਰ ਸਕਦਾ। ਉੱਥੇ ਪਰਮੇਸ਼ਰ ਸਭ ਕੁਝ ਜਾਣਦਾ ਹੈ। ਹੁਤੀ ਅਦਾਲਤ ਜਾਹੇ ਦਰਗਾਹ, ਜਿਸ ਦਰਗਾਹ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਅਦਾਲਤ, ਸੱਚਾ ਕੋਰਟ ਹੈ। ਲਿਓ ਮੁਹੰਮਦ ਸਾਦਤ ਹੈ ਖਾਈ। ਅਕਾਲ ਪੁਰਖ ਜੀ ਨੇ ਜਿਹੜੇ ਮੁਹੰਮਦ ਸਾਹਿਬ ਸਨ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਸੱਦਿਆ। ਉਹਨਾਂ ਨੂੰ ਬਹਿਣ ਵਾਸਤੇ ਨਾ ਦੂਰ ਜਗ੍ਹਾ ਦੇ ਦਿੱਤੀ, ਆਖਿਆ ਵੀ ਨੇੜੇ ਨਹੀਂ ਬਹਿਣਾ ਤੁਸੀਂ। ਤੇ ਮੁਹੰਮਦ ਜੀ ਕਹਿਣ ਲੱਗੇ ਮਹਾਰਾਜ ਕੀ ਹੋਇਆ, ਕੀ ਗਲਤੀ ਹੋ ਗਈ? ਆਖਣ ਲੱਗੇ ਤੁਹਾਡੀ ਜਿਹੜੀ ਉਮਤ ਹੈ ਨਾ
ਉਹਨਾਂ ਨੇ ਧਰਤੀ ਦੇ ਉੱਪਰ ਲੋਕਾਂ ਨੂੰ ਖੁਆਰ ਕੀਤਾ ਹੋਇਆ, ਬੜਾ ਜ਼ੁਲਮ ਕਰ ਰਹੇ ਨੇ, ਪਾਪ ਕਰ ਰਹੇ ਹਨ। ਆਵੋ ਨਹਿ ਇਮ ਤੂ ਹਮ ਦਵਾਰ। ਜਿਵੇਂ ਤੁਸੀਂ ਪਹਿਲਾਂ ਸਾਡੇ ਦਵਾਰ ਤੇ ਆ ਕੇ ਆਪਣੀ ਉਮਤ ਲਈ ਪਦਾਰਥ ਮੰਗਦੇ ਸੋ ਵੀ ਮੇਰੀ ਉਮਤ ਨੂੰ ਆਹ ਚਾਹੀਦਾ, ਮੇਰੀ ਉਮਤ ਨੂੰ ਉਹ ਚਾਹੀਦਾ, ਅੱਜ ਤੋਂ ਬਾਅਦ ਤੁਸੀਂ ਸਾਡੇ ਦਰਬਾਰ ਵਿੱਚ ਇਸ ਤਰ੍ਹਾਂ ਨਹੀਂ ਆਉਣਾ। 12 ਸਦੀ ਤੋਹਿ ਪੂਰੀ ਭਈ। ਹਾਂ, ਤੁਹਾਡੀ ਜਿਹੜੀ 12ਵੀਂ ਸਦੀ ਹੈ ਨਾ, ਉਹ ਪੂਰਨ ਹੋ ਗਈ ਹੈ। ਆਵੈ ਸਦੀ ਖਾਲਸੇ ਕੀ ਆਈ। 12ਵੀਂ ਸਦੀ ਜਿਹੜੀ ਹਿਜਰੀ, ਉਹਦਾ ਜ਼ਿਕਰ ਕੀਤਾ ਹੈ। ਹੁਣ ਜਦੋਂ ਇਹ ਪ੍ਰਸੰਗ ਚੱਲਦੇ ਨੇ, ਜੇ ਸੰਨ ਦੀ ਗੱਲ ਕਰੀਏ ਤੇ 17ਵੀਂ ਸਦੀ ਤੋਂ ਬਾਅਦ 18ਵੀਂ ਸਦੀ ਚੱਲਦੀ ਪਈ ਸੀ, ਭਾਵ 17ਵੀਂ ਸਦੀ ਪੂਰੀ ਹੋ ਗਈ ਸੰਮਤ ਦੇ ਹਿਸਾਬ ਨਾਲ। ਜਿਵੇਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ 1795 ਚ ਹੋਈ, 17ਵੀਂ ਪੂਰੀ ਹੋ ਗਈ ਤੇ 18ਵੀਂ ਚੱਲਦੀ ਪਈ ਸੀ। ਤੇ ਜਿਹੜੀ ਹਿਜਰੀ ਉਹ ਸਦੀ ਬਣਦੀ ਆ, ਉਹ 12ਵੀਂ ਸਦੀ ਬਣਦੀ, ਜਿਹੜੀ ਮੁਹੰਮਦ ਸਾਹਿਬ ਦੇ ਨਾਂ ਤੋਂ ਚੱਲੀ ਹੈ ਨਾ, ਉਹ ਮੁਸਲਮਾਨ ਉਹਨੂੰ ਹਿਜਰ ਸਨ ਕਹਿੰਦੇ, ਹਿਜਰੀ ਸਨ। ਇਸ ਪ੍ਰਕਾਰ ਤੁਹਾਡੀ 12ਵੀਂ ਸਦੀ ਜਿਹੜੀ ਹੈ ਉਹ ਪੂਰਨ ਹੋ ਗਈ ਹੈ। ਅਵੈ ਸਦੀ ਖਾਲਸਾ ਕੀ ਆਈ। ਹੁਣ ਖਾਲਸੇ ਦੀ ਸਦੀ ਆ ਗਈ, ਖਾਲਸੇ ਦਾ ਸਮਾਂ ਆ ਗਿਆ ਹੈ। ਇਸੇ ਪ੍ਰਕਾਰ ਤੁਮੈ ਬੁਰਾਈ ਬਹੁ ਕਰ ਲਈ। ਤੁਹਾਡੀ ਉਮਤ ਨੇ ਬੜੀ ਬੁਰਾਈ ਕੀਤੀ ਹੈ ਧਰਤੀ ਉੱਪਰ। ਆਪੇ ਲੜ ਮਰ ਜਾਉ ਮੁੰਬਈ। ਹੁਣ ਤੁਹਾਡੀ ਉਮਤ ਨਾ ਆਪੇ ਹੀ ਲੜ ਕੇ ਆਪਸ ਵਿੱਚ ਮਰ ਜਾਵੇਗੀ। ਜੋ ਜਬ ਹੁਕਮ ਭਇਓ ਕਰਤਾਰ। ਇਸ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਅਦਾਲਤ ਵਿੱਚ ਉਹ ਹੁਕਮ ਹੋਇਆ ਹੈ, ਦਿੱਲੀ ਸੂਬੇ ਭਏ ਖੁਆਰ। ਦਿੱਲੀ ਤੇ 4 ਚੁਫੇਰੇ ਦੇ ਜਿੰਨੇ ਸੂਬੇ ਸਨ, ਸਾਰੇ ਖੁਆਰ ਹੋ ਗਏ ਹਨ। ਆਪਸ ਮੈਂ ਵੇ ਫਟ ਗਲ ਗਏ। ਸਾਰੇ ਆਪਸ ਵਿੱਚ ਫਟ ਗਏ, ਇੱਕ ਦੂਜੇ ਦੇ ਨਾਲੋਂ ਪਾਟ ਗਏ। ਜਦੋਂ ਸੂਬੇ ਇੱਕ ਦੂਜੇ ਨਾਲੋਂ ਪਾਟ ਗਏ, ਦਿੱਲੀ ਦਾ ਬਾਦਸ਼ਾਹ ਸਾਰਿਆਂ ਨਾਲੋਂ ਟੁੱਟ ਗਿਆ ਤੇ ਸਾਰੇ ਹੀ ਇਸੇ ਤਰ੍ਹਾਂ ਆਪਸ ਵਿੱਚ ਪਾਟ ਕੇ ਗਲ ਗਏ ਹਨ। ਨਾਦਰ ਆਪੇ ਭਏ। ਇਸ ਤਰ੍ਹਾਂ ਇਹਨਾਂ ਨੇ ਫਿਰ ਜਿਹੜਾ ਨਾਦਰ ਸ਼ਾਹ ਸੀਗਾ, ਉਹਨੂੰ ਕਾਬਲ ਤੋਂ ਹਿੰਦੁਸਤਾਨ ਬੁਲਾ ਲਿਆ। ਤਬ ਦਰਗਾਹ ਕੋਪੀ ਭਈ ਪਰ ਦਿੱਲੀ ਮੁਹੰਮਦ ਸਾਹੇ। ਇਸ ਤਰ੍ਹਾਂ ਦਰਗਾਹ ਤੋਂ ਪਰਮਾਤਮਾ ਦੀ ਅਕਾਲ ਪੁਰਖ ਦੀ ਕਰੋਪੀ ਹੋ ਗਈ ਜਦੋਂ ਪਾਪ ਧਰਤੀ ਤੇ ਵੱਧ ਗਿਆ। ਇਹ ਕਰੋਪੀ ਕਿਹਦੇ ਤੇ ਹੋਈ? ਪਰ ਦਿੱਲੀ ਮੁਹੰਮਦ ਸ਼ਾਹ ਹੈ। ਮੁਹੰਮਦ ਸ਼ਾਹ ਜਿਹਨੂੰ ਰੰਗੀਲਾ ਕਹਿੰਦੇ ਸਨ, ਸ਼ਰਾਬੀ ਕਬਾਬੀ ਬੰਦਾ ਸੀਗਾ। ਇਸੇ ਪ੍ਰਕਾਰ ਮੁਹੰਮਦ ਸ਼ਾਹ ਜਿਹੜਾ ਰੰਗੀਲਾ ਹੈ, ਇਹਦੇ ਉੱਪਰ ਅਕਾਲ ਪੁਰਖ ਦੀ ਕਰੋਪੀ ਹੋ ਗਈ ਹੈ। ਤੁਰਕ ਆਪਸ ਵਿੱਚ ਲੜ ਕੇ ਮੁੱਕ ਜਾਣ, ਇਸ ਗੱਲ ਦੇ ਲਈ ਅਕਾਲ ਪੁਰਖ ਨੇ ਜਿਹੜਾ ਨਾਦਰ ਸ਼ਾਹ ਸੀਗਾ, ਉਹ ਕਾਬਲ ਤੋਂ ਹਿੰਦੁਸਤਾਨ ਨੂੰ ਚੜਾ ਦਿੱਤਾ ਹੈ। ਜਦੋਂ ਨਾਦਰ ਸ਼ਾਹ ਚੱਲ ਕੇ ਲਾਹੌਰ ਪਹੁੰਚਿਆ ਹੈ, ਖਾਨ ਬਹਾਦਰ ਭਾਵ ਜਿਹੜਾ ਜ਼ਕਰੀਆ ਖਾਨ ਸੀ ਨਾ, ਉਹਨੂੰ ਪਤਾ ਲੱਗ ਗਿਆ ਵੀ ਨਾਦਰ ਸ਼ਾਹ ਆਇਆ ਹੈ, ਤੇ ਇਹ ਆ ਕੇ ਨਾਦਰ ਸ਼ਾਹ ਨੂੰ ਇਸੇ ਪ੍ਰਕਾਰ ਮਿਲਿਆ ਹੈ। ਇਹਨੇ ਆਖਿਆ ਵੀ ਮੈਂ ਇਸ ਤਰ੍ਹਾਂ ਕਰਦਾ ਵੀ ਤੁਹਾਨੂੰ ਮੈਂ 3 ਕਰੋੜ ਰੁਪਇਆ ਦਿਆਂਗਾ। ਉਸ ਸਮੇਂ ਦੀ ਗੱਲ ਹੈ ਵੀ ਮੈਂ ਤੁਹਾਨੂੰ 3 ਕਰੋੜ ਰੁਪਇਆ ਦਿਆਂਗਾ, ਤੁਸੀਂ ਮੇਰਾ ਕੰਮ ਕਰ ਦਿਓ, ਮੇਰੀ ਮਦਦ ਕਰੋ, ਮੈਂ ਤੁਹਾਨੂੰ 3 ਕਰੋੜ ਰੁਪਇਆ ਦਿਆਂਗਾ ਇਨਾਮ ਵਜੋਂ, ਤੋਹਫੇ ਵਿੱਚ ਕਹਿ ਲਓ। ਸਿੰਘਨ ਦਿੱਲੇ ਵਧਾਈ ਭਈ। ਇੱਧਰ ਜਿਹੜੇ ਸਿੰਘ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਨਾਦਰ ਸ਼ਾਹ ਆ ਗਏ, ਤੇ ਸਿੰਘਾਂ ਦੇ ਹਿਰਦੇ ਵਿੱਚ ਬੜੀ ਵਧਾਈ ਪੈਦਾ ਹੋ ਗਈ, ਖੁਸ਼ੀ ਪੈਦਾ ਹੋ ਗਈ ਹੈ। ਹੋਰ ਸਾਰੇ ਜਗਤ ਵਿੱਚ ਸ਼ੌਰ ਮਚ ਗਿਆ, ਰੋਲਾ ਪੈ ਗਿਆ ਹੈ। ਸਿੰਘਾਂ ਨੂੰ ਫਿਰ ਮੌਕਾ ਮਿਲ ਗਿਆ ਸੰਭਲਣ ਦਾ, ਤੇ ਸਾਰੇ ਸਿੰਘ ਫਿਰ ਦੁਬਾਰਾ ਫਿਰ ਦੌੜ ਵੱਟ ਕੇ ਤੇ ਹੁਣ ਇਹਨਾਂ ਨੂੰ ਲੁੱਟਣ ਲੱਗ ਪਏ ਹਨ। ਹੁਣ ਜਦੋਂ ਨਾਦਰ ਸ਼ਾਹ ਆਇਆ, ਤੇ ਵਿਦਵਾਨ ਕਹਿੰਦੇ ਜਦੋਂ ਆਇਆ ਸੀ ਲੱਖਾਂ ਦੇ ਹਿਸਾਬ ਦੇ ਨਾਲ ਫੌਜ ਆਪਣੇ ਨਾਲ ਲੈ ਕੇ ਆਉਂਦਾ ਸੀ। ਹੁਣ ਜਿੱਥੇ ਲੱਖਾਂ ਦੀ ਫੌਜ ਆਈ ਹੈ, ਤੇ ਰਾਸ਼ਨ ਪਾਣੀ ਵੀ ਤਾਂ ਉਹਨਾਂ ਨੂੰ ਚਾਹੀਦਾ ਹੁੰਦਾ ਸੀ ਨਾ, ਤੇ ਜਦੋਂ ਉਹਨਾਂ ਵਾਸਤੇ ਰਾਸ਼ਨ ਪਾਣੀ ਜਾਣਾ, ਤੇ ਸਿੰਘਾਂ ਨੇ ਰਾਹ ਦੇ ਵਿੱਚ ਉਹਨਾਂ ਨੂੰ ਲੁੱਟ ਲੈਣਾ। ਉਹਨਾਂ ਦਾ ਸਾਰਾ ਰਾਸ਼ਨ ਪਾਣੀ ਆਦਿਕ ਸਿੰਘ ਖੋਹ ਲੈਂਦੇ ਸਨ। ਸਾਰੇ ਸਿੰਘ ਮਿਲ ਕੇ ਹੱਥ ਮਾਰਦੇ ਤੇ ਤੁਰਕਾਂ ਨੂੰ ਲੁੱਟ ਲੈਂਦੇ ਹਨ।
ਖੁਸ਼ ਹੈ ਖਾਹੇ ਸਰਬੱਤ। ਇਸ ਤਰ੍ਹਾਂ ਨਾਦਰ ਸ਼ਾਹ ਦੇ ਆਉਣ ਦੇ ਨਾਲ ਸਿੰਘਾਂ ਦਾ ਦਾਲ ਲੱਗ ਗਿਆ। ਤੁਰਕਾਂ ਦੇ ਕੋਲੋਂ ਖੋਹ ਖਾ ਕੇ ਤੇ ਖਾਣ ਲੱਗ ਪਏ, ਆਪਣਾ ਸਮਾਂ ਗੁਜ਼ਾਰਨ ਲੱਗ ਪਏ। ਕਾਬਲ ਉਹ ਕੰਧਾਰ ਕੋ ਲਾਹੌਰ ਦਿੱਤੀ ਅਬਲਤ। ਕਾਰਨ ਇਹ ਸੀ ਵੀ ਪਹਿਲਾਂ ਜ਼ਕਰੀਆ ਖਾਨ ਨੇ ਬੜੀ ਅੱਤ ਮਚਾਈ ਹੋਈ ਸੀ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ, ਸਿੰਘਾਂ ਨੂੰ ਜਿੱਥੇ ਨਜ਼ਰ ਆਉਣਾ ਉੱਥੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਬੜੇ ਪਾਪ ਇਹਨੇ ਕੀਤੇ, ਜਿਵੇਂ ਆਪਾਂ ਪਿੱਛੇ ਸੋਹਣੀ ਲਿਆ, ਚਰਖੜੀਆਂ ਤੇ ਚਾੜਨਾ, ਦੱਬ ਦੇਣਾ, ਲੱਤਾਂ ਵਢਾ ਦੇਣੀਆਂ, ਅੱਖਾਂ ਕਢਾ ਦੇਣੀਆਂ, ਸਿਰ ਲਵਾ ਦੇਣੇ, ਚਰਖੜੀਆਂ ਤੇ ਚਾੜਨੇ, ਫਾਹੇ ਦੇਣੇ, ਇਹੋ ਜਿਹੀਆਂ ਸਜ਼ਾਵਾਂ ਦੇਣ ਲੱਗ ਗਿਆ। ਪਰ ਨਾਦਰ ਸ਼ਾਹ ਦੇ ਆਉਣ ਦੇ ਨਾਲ ਤਰਥੱਲੀ ਮਚ ਗਈ ਹਿੰਦੁਸਤਾਨ ਵਿੱਚ, ਸੂਬੇ ਪਾਟ ਗਏ, ਬਾਦਸ਼ਾਹ ਵੱਖਰਾ ਹੋ ਗਿਆ, ਸਾਰੇ ਆਕੀ ਹੋ ਗਏ, ਏਕਤਾ ਜਿਹੜੀ ਸੀ ਹਿੰਦੁਸਤਾਨ ਦੀ ਅਖੰਡਤ ਹੋ ਗਈ। ਏਕਤਾ ਅਖੰਡਤ ਹੋਣ ਨਾਲੋਂ ਦੇਸ਼ ਟੁੱਟਣਾ ਸ਼ੁਰੂ ਹੋ ਗਿਆ ਤੇ ਸਾਰਿਆਂ ਦਾ ਧਿਆਨ ਨਾਦਰ ਸ਼ਾਹ ਉੱਤੇ ਹੋ ਗਿਆ। ਸਿੰਘਾਂ ਨੂੰ ਖੜੇ ਹੋਣ ਦਾ ਮੌਕਾ ਮਿਲ ਗਿਆ। ਇਸ ਤਰ੍ਹਾਂ ਫਿਰ ਸਿੰਘ ਜਿਹੜੇ ਸਨ ਉਹਨਾਂ ਨੂੰ ਲੁੱਟਣ ਲੱਗ ਪਏ ਹਨ। ਜੋ ਦਿੱਲੀਓ ਵੱਲ ਤੁਰੇ ਕੰਧਾਰ। ਇਸੇ ਪ੍ਰਕਾਰ ਕਾਬਲ ਔਰ ਕੰਧਾਰ ਕੋ ਲਾਹੌਰ ਦਿੱਲੀ ਅਲਬਤ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਰਾਹ ਲੰਘਦੇ ਸਨ, ਜਿਵੇਂ ਕਾਬਲ ਕੰਧਾਰ, ਇੱਕ ਰਸਤਾ ਜਿਹੜਾ ਸੀ ਉਹ ਸਰਹੰਦ ਦੇ ਵਿੱਚੋਂ ਜਾਂਦਾ ਸੀ, ਇੱਕ ਇੱਧਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਿਹੜਾ ਰਸਤਾ ਲਾਹੌਰ ਨੂੰ ਲੰਘਦਾ ਸੀ। 2-3 ਰਾਹ ਪੈਂਦੇ ਸਨ ਇਹਨਾਂ ਇਲਾਕਿਆਂ ਨੂੰ। ਹੁਣ ਉਹਨਾਂ ਇਲਾਕਿਆਂ ਰਾਹੀਂ ਤੁਰਕ ਜਦੋਂ ਲੰਘਦੇ ਸਨ ਤੇ ਸਿੰਘ ਨਿਰਸੰਦੇਹ ਹੋ ਕੇ ਉਹਨਾਂ ਨੂੰ ਲੁੱਟ ਲੈਂਦੇ ਸਨ। ਉਹ ਕਿਹੜੇ ਕਿਹੜੇ ਰਸਤੇ ਰਾਹੀਂ ਜਾਣ, ਜਿੱਧਰੋਂ ਵੀ ਜਾਣਾ ਸਿੰਘਾਂ ਨੇ ਲੁੱਟ ਲੈਣਾ। ਇਸ ਤਰ੍ਹਾਂ ਕੋਈ ਵੀ ਜਿਹੜੇ ਤੁਰਕ ਸਨ ਸਿੰਘ ਖਾਲੀ ਨਹੀਂ ਸਨ ਜਾਣ ਦਿੰਦੇ। ਜੋ ਦਿੱਲੀੋਂ ਵੱਲ ਤੁਰੇ ਕੰਧਾਰ, ਜਿਹੜਾ ਇਸੇ ਪ੍ਰਕਾਰ ਦਿੱਲੀ ਤੋਂ ਕੰਧਾਰ ਵੱਲ ਨੂੰ ਤੁਰਦਾ ਹੈ, ਸਿੰਘ ਮਿਲ ਕੇ ਉਹਨਾਂ ਨੂੰ ਮਾਰ ਕੁੱਟ ਲੈਂਦੇ ਹਨ। ਸਤਿਗੁਰਾਂ ਦੀ ਕਿਰਪਾ ਨਾਲ ਖਾਲਸੇ ਨੇ ਬੜਾ ਸੋਹਣਾ ਚੰਗਾ ਗੁਜ਼ਾਰਾ ਕੀਤਾ। ਸਿੰਘ ਕਹਿੰਦੇ ਵੀ ਜਿੰਨਾ ਕੁਝ ਮਿਲ ਗਿਆ ਭਾਈ ਚੰਗਾ ਹੀ ਮਿਲ ਗਿਆ। ਚੰਗਾ ਸਮਾਂ ਸਿੰਘਾਂ ਦਾ ਬਤੀਤ ਹੋ ਗਿਆ। ਨਗਦੀ ਲੱਭ ਗਈ, ਘੋੜੇ ਵੀ ਮਿਲ ਗਏ, ਹੋਰ ਚੰਗਾ ਮਾਲ ਜਿਹੜਾ ਤੁਰਕਾਂ ਕੋਲੋਂ ਮਿਲ ਗਿਆ। ਜਿਹੜੀ ਵੀ ਚੀਜ਼ ਮਿਲਦੀ ਗੁਰੂ ਕੇ ਲਾਲ ਸਿੰਘ ਉਹਨਾਂ ਕੋਲੋਂ ਲੁੱਟ ਲੈਂਦੇ। ਸਿੰਘ ਤਾਂ ਇਹੀ ਕਹਿੰਦੇ ਸਨ ਵੀ ਨਾਦਰ ਸ਼ਾਹ ਤਾਂ ਖਾਲਸੇ ਵਾਸਤੇ ਹੀ ਆਇਆ ਹੈ। ਇਸ ਤਰ੍ਹਾਂ ਉਹ ਆਪ ਵੀ ਤੁਰਕ ਸੀ ਤੇ ਤੁਰਕਾਂ ਦੇ ਨਾਲ ਲੜ ਕੇ ਨਾਦਰ ਸ਼ਾਹ ਨੇ ਤੁਰਕੀ ਖਪਾ ਦਿੱਤੇ, ਖਤਮ ਕਰ ਦਿੱਤੇ। ਇਸੇ ਪ੍ਰਕਾਰ ਦੋਹਾਂ ਧਿਰਾਂ ਦਾ ਨਾਸ਼ ਹੋਣ ਦਾ ਸਮਾਂ ਆ ਗਿਆ। ਨਾਦਰ ਵੀ ਨਾਸ਼ ਹੋ ਗਿਆ ਤੇ ਹਿੰਦੁਸਤਾਨ ਦੇ ਮੁਗਲ ਵੀ ਨਾਸ਼ ਹੋ ਗਏ ਹਨ। ਇੱਥੇ ਤਾਂ ਹੁਣ ਖਾਲਸੇ ਦਾ ਵਾਧਾ ਬਣਾਉਣ ਦਾ ਜਿਹੜਾ ਸਮਾਂ, ਜਿਹੜੀ ਵਿਧੀ ਹੈ ਨਾ, ਉਹ ਪਰਮੇਸ਼ਰ ਨੇ ਬਣਾ ਦਿੱਤੀ ਹੈ। ਪੈਰ ਦੇ ਵਿੱਚ ਕੰਡਾ ਲੱਗ ਜਾਏ ਤੇ ਦੂਜਾ ਕੰਡਾ ਲੈ ਕੇ ਪਹਿਲਾ ਕੰਡਾ ਪੈਰ ਵਿੱਚੋਂ ਕੱਢ ਲਈਦਾ ਹੈ। ਜਿਸ ਕੰਡੇ ਨਾਲ ਪੈਰ ਵਿੱਚੋਂ ਲੱਗਿਆ ਕੰਡਾ ਕੱਢ ਲਈਏ ਤੇ ਪਹਿਲਾ ਕੰਡਾ ਵੀ ਸੁੱਟ ਦਿੱਤਾ ਜਾਂਦਾ ਹੈ। ਜਿਹਦੇ ਨਾਲ ਕੰਡਾ ਕੱਢਿਆ ਜਾਏ ਉਹ ਵੀ ਸੁੱਟ ਦਿੱਤਾ ਜਾਂਦਾ ਹੈ, ਕੋਲ ਥੋੜਾ ਰੱਖੀਦਾ ਹੈ। ਇਨ ਬਿਨ ਇਸੇ ਪ੍ਰਕਾਰ ਜਿਹੜਾ ਨਾਦਰ ਸ਼ਾਹ ਉਹ ਕੰਡਾ ਸੀ ਜਿਸ ਕੰਡੇ ਨਾਲ ਪਰਮੇਸ਼ਰ ਨੇ ਤੁਰਕ ਰੂਪੀ ਕੰਡੇ ਹਿੰਦੁਸਤਾਨ ਦੇ ਵਿੱਚੋਂ ਬਾਹਰ ਕੱਢੇ ਤੇ ਉਥੇ ਨਾਦਰ ਸ਼ਾਹ ਰੂਪੀ ਵੀ ਕੰਡਾ ਵਗਾ ਕੇ ਮਾਰਿਆ, ਉਹਦਾ ਵੀ ਨਾਸ਼ ਕਰ ਦਿੱਤਾ। ਸਿੰਘ ਕਹਿੰਦੇ ਭਾਈ ਹੁਣ ਉਹ ਸਮਾਂ ਆ ਗਿਆ ਹੈ ਜਿਹੜਾ ਬਚਨ ਮਹਾਰਾਜ ਕਲਗੀਧਰ ਜੀ ਨੇ ਕੀਤਾ ਸੀ। ਇਹ ਬਚਨ ਸਤਿਗੁਰਾਂ ਨੇ ਭਵਿੱਖਤ ਬਚਨਾਂ ਵਿੱਚ ਕੀਤੇ ਸਨ ਖਾਲਸੇ ਨੂੰ। ਕਾਬਲ ਤੇ ਇੱਕ ਕੁੱਤਾ ਮੰਗਾਉ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਹੁਕਮ ਸੀਗਾ ਕਿ ਸਮਾਂ ਆਵੇਗਾ ਜਦੋਂ ਇੱਕ ਕੁੱਤਾ ਮੈਂ ਕਾਬਲ ਤੋਂ ਮੰਗਾਵਾਂਗਾ। ਨਾਦਰ ਸ਼ਾਹ ਨੂੰ ਕੁੱਤਾ ਕਿਹਾ ਮਹਾਰਾਜ ਨੇ, ਹਲਕਿਆ ਸੀ ਨਾ। ਅੱਗੇ ਸੁਣਿਓ ਵੀ ਕੀ ਲੁੱਟ ਕੇ ਲੈ ਗਿਆ ਹਿੰਦੁਸਤਾਨ ਤੋਂ। ਮਹਾਰਾਜ ਕਹਿੰਦੇ ਕਾਬਲ ਤੋਂ ਮੈਂ ਇੱਕ ਕੁੱਤਾ ਮੰਗਵਾਵਾਂਗਾ। ਜਿਹੜਾ ਕਾਬਲ ਤੋਂ ਕੁੱਤਾ ਆਵੇਗਾ ਨਾ, ਉਸ ਕੁੱਤੇ ਨਾਦਰ ਸ਼ਾਹ ਦੇ ਕੋਲੋਂ ਮੈਂ ਇਹਨਾਂ ਹਿੰਦੁਸਤਾਨੀਆਂ ਦਾ ਨਾਸ਼ ਕਰਾ ਦਿਆਂਗਾ, ਇਹਨਾਂ ਸਾਰੇ ਤੁਰਕਾਂ ਦੀ ਜੜ ਪਟਾ ਦਿਆਂਗਾ। ਉਸ ਤੋਂ ਬਾਅਦ ਫਿਰ ਦੱਖਣ ਦੇ ਵਿੱਚੋਂ ਫੌਜ ਲੈ ਕੇ ਆਵਾਂਗਾ। ਮਰਹੱਟਿਆਂ ਦਾ ਤੇ ਅਹਿਮਦ ਸ਼ਾਹ ਅਬਦਾਲੀ ਦਾ ਜੰਗ ਹੋਇਆ। ਮਰਹੱਟੇ ਵੀ ਬੜੇ ਤਾਕਤਵਰ ਸਨ। ਫਿਰ ਦੱਖਣ ਦੇ ਇਲਾਕੇ ਵਿੱਚੋਂ ਮਰਹੱਟਿਆਂ ਦੀ ਫੌਜ ਮੈਂ ਮੰਗਵਾਵਾਂਗਾ।
ਇਸੇ ਤਰ੍ਹਾਂ ਫਿਰ ਉਹ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜਨਗੇ ਤੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਤੋਂ ਬਾਅਦ ਉਹਨਾਂ ਦਾ ਖੁਰਾ ਖੋਜ ਮਿਟ ਜਾਏਗਾ। ਮਰਹਟਿਆਂ ਦੀ ਤਾਕਤ ਵੀ ਖਤਮ ਹੋ ਗਈ ਤੇ ਵਾਪਸ ਜਾਂਦਾ ਅਹਿਮਦ ਸ਼ਾਹ ਅਬਦਾਲੀ ਵੀ ਮਾਰਿਆ ਗਿਆ। ਫੇਰ ਖਾਲਸੋ ਭੂਰੋ ਮੰਗਾਉ। ਉਸ ਤੋਂ ਬਾਅਦ ਫਿਰ ਅੰਗਰੇਜ਼ ਜਿਹੜੇ ਨੇ ਭੂਰੇ ਉਹ ਹਿੰਦੁਸਤਾਨ ਦੀ ਧਰਤੀ ਤੇ ਆਵਣਗੇ। ਦੋ ਖਾਲਸਾ ਮੇਲ ਕਰਾਉ। ਇਸ ਤਰ੍ਹਾਂ ਦੋਹਾਂ ਖਾਲਸਿਆਂ ਦਾ ਮੈਂ ਆਪਸ ਵਿੱਚ ਮੇਲ ਕਰਾ ਦਿਆਂਗਾ। ਦਿੱਲੀ ਲਾਹੌਰ ਕੇ ਤਖਤ ਪਟਾਉ। ਦਿੱਲੀ ਤੇ ਲਾਹੌਰ ਦੇ ਤਖਤ ਪਟਾ ਦਿਆਂਗਾ। ਜਿਹੜਾ ਦਿੱਲੀ ਦਾ ਤਖਤ ਸੀ ਉਹ ਗਰਕ ਕਰ ਦਿੱਤਾ ਅੰਗਰੇਜ਼ਾਂ ਨੇ। ਜਿਹੜਾ ਬਹਾਦਰ ਸ਼ਾਹ ਬੈਠਾ ਹੋਇਆ ਸੀ ਤਖਤ ਤੇ, ਦੋ ਬਹਾਦਰ ਸ਼ਾਹ ਹੋਏ ਨੇ ਨਾ। ਜਿਹੜਾ ਬਹਾਦਰ ਸ਼ਾਹ ਤਖਤ ਤੇ ਬੈਠਾ ਹੋਇਆ ਸੀਗਾ ਤੇ ਉਹਦੇ ਕੋਲੋਂ ਰਾਜ ਭਾਗ ਗੋਰਿਆਂ ਨੇ ਆਪਣੇ ਹੱਥੀਂ ਲੈ ਲਿਆ। ਉਹਨੂੰ ਤਖਤ 'ਤੇ ਹੀ ਬੈਠਾ ਰਹਿਣ ਦਿੱਤਾ ਵੀ ਤੂੰ ਬੈਠਾ ਰਹਿ, ਪਰ ਹਕੂਮਤ ਆਪ ਕਰਦੇ ਸਨ। ਦਿੱਲੀ ਦਾ ਤਖਤ ਉਹਨਾਂ ਗਰਕ ਕਰ ਦਿੱਤਾ, ਲਾਹੌਰ ਦਾ ਤਖਤ ਖਾਲਸੇ ਨੇ ਪੁੱਟ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੌਲੀ ਹੌਲੀ ਕਾਇਮ ਹੋ ਗਿਆ ਤੇ ਪੰਜਾਬ ਦੇ ਵਿੱਚੋਂ ਇਹਨਾਂ ਦਾ ਨਾਮੋ ਨਿਸ਼ਾਨ ਹੀ ਜਿਹੜਾ ਸੀ ਉਹ ਖਤਮ ਕਰ ਦਿੱਤਾ ਗੁਰੂ ਕੇ ਖਾਲਸੇ ਨੇ। ਉਸ ਤੋਂ ਬਾਅਦ ਜਿਸ ਤਖਤ ਉੱਤੇ ਔਰੰਗਜ਼ੇਬ ਬਹਿੰਦਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉਹਨੂੰ ਪਟਾ ਕੇ ਲੈ ਕੇ ਆਇਆ। ਇਸੇ ਪ੍ਰਕਾਰ ਸਰਦਾਰ ਜੱਸਾ ਸਿੰਘ ਉਹਨੇ ਉਹਨੂੰ ਪਟਾਇਆ ਤੇ ਇਸੇ ਪ੍ਰਕਾਰ ਹਾਥੀਆਂ ਪਿੱਛੇ ਘੋੜਿਆਂ ਪਿੱਛੇ ਬੰਨ੍ਹ ਕੇ ਤੇ ਦਰਬਾਰ ਸਾਹਿਬ ਲਿਆ ਕੇ ਰੱਖਿਆ। ਅੱਜ ਵੀ ਤੁਸੀਂ ਜਾਓ ਨਾ, ਬੂੰਗੇ ਬਣੇ ਹੋਏ ਨੇ ਜਿੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ ਬੂੰਗਾ ਸੁਸ਼ੋਭਤ ਹੈ, ਉੱਥੇ ਅੱਜ ਵੀ ਉਹ ਪਿਆ ਹੋਇਆ ਹੈ। ਉਹ ਜਿਹੜਾ ਪੱਥਰ ਜਿਹੜਾ ਤਖਤ ਸੀ ਜਿਹਦੇ ਉੱਤੇ ਉਹ ਬਹਿੰਦਾ ਹੁੰਦਾ ਸੀਗਾ ਬਾਦਸ਼ਾਹ ਸਮੇਂ ਦਾ, ਤੇ ਜਾਓ ਉਹਨਾਂ ਨੇ ਲਿਆ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਰੱਖਿਆ। ਇਸ ਪ੍ਰਕਾਰ ਦਿੱਲੀ ਤੇ ਲਾਹੌਰ ਦਾ ਤਖਤ ਖਾਲਸੇ ਨੇ ਪੁੱਟ ਦਿੱਤਾ ਹੈ। ਸਾਤੋ ਧਰਮ ਧੂੜ ਮਿਲਾਉ। ਕਲਗੀਧਰ ਜੀ ਦਾ ਹੁਕਮ ਸੀ ਕਿ ਜਿਹੜੀਆਂ 7 ਧਾਰਾਂ ਨੇ ਨਾ ਪਹਾੜਾਂ ਦੀਆਂ, ਇਹ ਸਾਰੀਆਂ ਧੂੜ ਵਿੱਚ ਮਿੱਟੀ ਵਿੱਚ ਮਿਲਾ ਦਿਆਂਗਾ। ਭਾਈ ਸੂਬੇ ਦੇਉ ਤੋੜ। ਇਸੇ ਪ੍ਰਕਾਰ 22 ਸੂਬੇ ਹਿੰਦੁਸਤਾਨ ਦੇ ਤੋੜ ਦਿਆਂਗਾ, ਆਪਸ ਵਿੱਚ ਖਤਮ ਹੋ ਜਾਣਗੇ। ਵਜ਼ੀਰ ਪਾਤਸ਼ਾਹਾਂ ਨੂੰ ਦੇਉ ਕੋੜ। ਵਜ਼ੀਰਾਂ ਕੋਲੋਂ ਪਾਤਸ਼ਾਹ ਮਰਾ ਦਿਆਂਗਾ। ਫਰਕਸ਼ਰ ਮਰਿਆ ਸੀ ਨਾ, ਉਹ ਵਜ਼ੀਰਾਂ ਨੇ ਅੰਨਾ ਕੀਤਾ ਸੀ ਉਹਦਿਆਂ ਨੇ। ਇਸੇ ਪ੍ਰਕਾਰ ਵਜ਼ੀਰਾਂ ਕੋਲੋਂ ਵੱਡੇ ਵੱਡੇ ਪਾਤਸ਼ਾਹ ਮਰਵਾ ਦਿਆਂਗਾ। ਤੁਰਕ ਨਗਾਰੋ ਵਜਨ ਹਟਾਉ। ਤੁਰਕਾਂ ਦੇ ਨਗਾਰੇ ਵੱਜਣ ਤੋਂ ਰੋਕ ਦਿਆਂਗਾ। ਤੁਰਕਾਂ ਦੇ ਨਗਾਰੇ ਨਹੀਂ ਵੱਜਣਗੇ। ਅਕਾਲ ਕੋ ਜਾਪ ਜਪਾਉ। ਸਾਰੇ ਹਿੰਦੁਸਤਾਨ ਵਿੱਚ ਅਕਾਲ ਅਕਾਲ ਦਾ ਵਾਹਿਗੁਰੂ ਦਾ ਜਾਪ ਮੈਂ ਖਾਲਸੇ ਕੋਲੋਂ ਜਪਾਵਾਂਗਾ। ਸੋ ਸਮੋ ਅਬ ਆਇਓ ਜਾਨੋ। ਸਿੰਘ ਕਹਿਣ ਲੱਗੇ, ਖਾਲਸਾ ਜੀ ਉਹ ਜਿਹੜਾ ਸਮਾਂ ਆ ਗਿਆ, ਜਿਹੜਾ ਭਵਿੱਖਤ ਵਾਕ ਮਹਾਰਾਜ ਕਲਗੀਧਰ ਨੇ ਕੀਤਾ ਸੀ, ਕਾਬਲ ਤੇ ਕੁੱਤਾ ਮੰਗਵਾਉ। ਸੋ ਇਸੇ ਪ੍ਰਕਾਰ ਇਨਕਾ ਉਨ ਤੇ ਨਾਸ਼ ਕਰਾਉ। ਕਾਬਲ ਤੋਂ ਕੁੱਤਾ ਮੰਗਵਾ ਕੇ ਇਹਨਾਂ ਦਾ ਉਸ ਨਾਦਰ ਸ਼ਾਹ ਕੋਲੋਂ ਨਾਸ਼ ਕਰਾ ਦਿਆਂਗਾ। ਇਹ ਭਵਿੱਖਤ ਬਚਨ ਜਿਹੜਾ ਮਹਾਰਾਜ ਨੇ ਕੀਤਾ ਸੀ, ਉਹਦਾ ਹੁਣ ਸਮਾਂ ਆ ਗਿਆ ਹੈ। ਟੋ ਖਾਹੋ ਜੋ ਮਨ ਮਾਨੋ। ਵੇਖੋ ਕਿੰਨਾ ਨਿਸ਼ਚਾ ਸੀ। ਅੱਜ ਕੱਲ ਤਾਂ ਬਾਣੀ ਤੇ ਨਹੀਂ ਨਿਸ਼ਚਾ ਰਿਹਾ ਲੋਕਾਂ ਨੂੰ, ਉਹ ਤਾਂ ਭਵਿੱਖਤ ਰਵਾਇਤੀ ਬਚਨਾਂ ਤੇ ਵੀ ਭਰੋਸਾ ਕਰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਦੇ। ਸਿੰਘ ਕਹਿੰਦੇ ਵੀ ਆਨੰਦ ਲਓ ਭਾਈ, ਹੁਣ ਜਿਵੇਂ ਤੁਹਾਡੇ ਮਨ ਵਿੱਚ ਆਉਂਦਾ ਉਸੇ ਤਰ੍ਹਾਂ ਮੰਨੋ। ਇਸੇ ਪ੍ਰਕਾਰ ਲੁੱਟ ਕੇ ਖਾਓ, ਦੁਸ਼ਟਾਂ ਦਾ ਨਾਸ਼ ਕਰੋ। ਦੋਹਰਾ ਸਿੰਘਨ ਮੈਂ ਨਿਵਾਜ ਜੋ ਕਪੂਰ ਸਿੰਘ ਜੀ ਨਾਮ। ਸਾਰੇ ਸਿੰਘਾਂ ਦੇ ਵਿੱਚ ਜਿਹੜੇ ਮਹਾਨ ਗੁਰਸਿੱਖ ਸਨ, ਸਰਦਾਰ ਕਪੂਰ ਸਿੰਘ ਜੀ ਨਵਾਬ। ਸਭ ਸਿੰਘਨ ਸੋ ਤੇ ਕਹੀ ਬਨੋ ਸਿੰਘਨ ਵੱਡ ਕਾਮ। ਸਾਰੇ ਸਿੰਘਾਂ ਨੂੰ ਸਰਦਾਰ ਕਪੂਰ ਸਿੰਘ ਜੀ ਨਵਾਬ ਨੇ ਬਚਨ ਆਖਿਆ, ਖਾਲਸਾ ਜੀ ਉਹ ਸਮਾਂ ਆ ਗਿਆ ਜਦੋਂ ਤੁਹਾਡੇ ਹੁਣ ਸਾਰੇ ਕਾਰਜ ਗੁਰੂ ਨੇ ਕਰ ਦੇਣੇ ਨੇ। ਔਖਾ ਤੇ ਭੀੜਾ ਸਮਾਂ ਖਾਲਸੇ ਦਾ ਲੰਘ ਗਿਆ ਤੇ ਗੁਰੂ ਨੇ ਤੁਹਾਡੇ ਸਭ ਕਾਰਜ ਰਾਸ ਕਰ ਦੇਣੇ ਹਨ। ਕਪੂਰ ਸਿੰਘ ਜਬ ਯੋ ਕਹੀ ਸਿੰਘਨ ਸਭਨ ਸੁਨਾਏ। ਇਸ ਤਰ੍ਹਾਂ ਭਾਈ ਕਪੂਰ ਸਿੰਘ ਨੇ ਜਦੋਂ ਸਾਰੇ ਬਚਨ ਸਿੰਘਾਂ ਨੂੰ ਸੁਣਾ ਕੇ ਆਖੇ ਹਨ। ਸਤ ਸਤ ਸਭ ਕਹਿ ਉੱਠੇ ਨਸ ਕਰ ਸਿਰ ਨਿਆਏ। ਸਾਰਿਆਂ ਨੇ ਸਤ 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 ਬਚਨ ਆਖਿਆ। ਮਹਾਰਾਜ ਤੁਸੀਂ ਜੋ ਆਖਿਆ ਉਹ ਸਹੀ ਆਖਿਆ। ਸਾਰਾ ਖਾਲਸਾ ਸਤ ਬਚਨ ਕਹਿ ਉਠਿਆ ਤੇ ਬੜੇ ਪ੍ਰੇਮ ਦੇ ਨਾਲ ਸਰਦਾਰ ਕਪੂਰ ਸਿੰਘ ਨੂੰ ਸੀਸ ਨਵਾਇਆ, ਨਮਸਕਾਰਾਂ ਕੀਤੀਆਂ ਹਨ। ਦਿੱਲੀ ਲੂਟ ਕਹਾਲੋ ਗਨੀਏ। ਇਧਰ ਹੁਣ ਦਿੱਲੀ ਦੀ ਲੁੱਟ ਨਾਦਰ ਸ਼ਾਹ ਨੇ ਕੀਤੀ। ਭਾਈ ਰਤਨ ਸਿੰਘ ਕਹਿੰਦੇ ਮੈਂ ਕਿੱਥੋਂ ਤੱਕ ਗਿਣਤੀ ਕਰਾਂ। ਪਦਮ ਰੁਪਏ ਲੈ ਗਇਓ ਸੁਣੀਏ। ਕਹਿੰਦੇ ਨੇ ਵੀ ਸੁਣਿਆ ਵੀ ਕਈ ਪਦਮ ਰੁਪਈਆ ਲੈ ਗਿਆ ਉੱਥੋਂ, ਕਈ ਪਦਮ। 1000 ਜਿਵੇਂ 100 ਹੁੰਦਾ ਨਾ, ਸੈਂਕੜੇ ਹੋ ਗਿਆ, ਫਿਰ 1000 ਹੋ ਗਿਆ, ਫਿਰ ਲੱਖ ਹੋ ਗਿਆ, ਤੇ ਲੱਖ ਤੋਂ ਬਾਅਦ ਫਿਰ ਕਰੋੜ ਹੁੰਦਾ।
ਕਰੋੜ ਤੋਂ ਬਾਅਦ ਫਿਰ ਅਰਬ ਹੁੰਦਾ ਹੈ, ਅਰਬ ਤੋਂ ਬਾਅਦ ਖਰਬ ਹੁੰਦਾ ਹੈ, ਖਰਬ ਤੋਂ ਬਾਅਦ ਨੀਲ ਹੁੰਦਾ ਹੈ, ਨੀਲ ਤੋਂ ਬਾਅਦ ਇਸੇ ਤਰ੍ਹਾਂ ਪਦਮ ਹੁੰਦਾ ਹੈ। ਇਹ ਸਾਰੀਆਂ ਗਿਣਤੀਆਂ ਨੇ। ਪਦਮ ਕਿੰਨਾ ਹੁੰਦਾ ਹੈ? ਜੈਸੇ ਕਹਿੰਦੇ ਨੇ 100 ਅਰਬ ਦਾ ਇੱਕ ਨੀਲ ਬਣਦਾ ਹੈ, 100 ਅਰਬ ਦਾ ਇੱਕ ਨੀਲ ਬਣਦਾ ਹੈ, ਤੇ ਕਰੀਬਨ 100 ਨੀਲ ਦੇ ਅੱਗੋਂ ਇੱਕ ਪਦਮ ਬਣਦਾ ਹੈ। ਯਾਨੀ ਕਿ ਵੀ ਗਿਣਤੀ ਤੋਂ ਪਰੇ ਹੀ ਕੰਮ ਹੈ ਵੀ ਹਿੰਦੁਸਤਾਨ ਜਿਹੜਾ ਸੀ ਨਾ, ਜੈਸੇ ਪੰਜਾਬ ਨੂੰ ਕਿਹਾ ਜਾਂਦਾ ਸੀ ਵੀ ਸੋਨੇ ਦੀ ਚਿੜੀ ਹੈ, ਅਮੀਰ ਦੇਸ਼ ਸੀ। ਆਪਾਂ ਹੁਣ ਆ ਬਾਹਰ ਵੇਖਦੇ ਆ ਨਾ ਵੀ ਪਾਉਂਡ 90 ਰੁਪਏ, ਕਦੇ 95 ਰੁਪਏ, ਕੈਨੇਡੀਅਨ ਡਾਲਰ ਕਦੇ 50 ਤੇ ਕਦੇ 52, ਕਦੇ 53, ਕਦੇ 55। ਅਮਰੀਕਾ ਦਾ ਜਿਹੜਾ ਡਾਲਰ ਹੈ 72 75 ਚੱਲਦਾ। ਉਦੋਂ ਆ ਜਿਹੜਾ ਸਾਡਾ ਹਿੰਦੁਸਤਾਨ ਦਾ ਰੁਪਈਆ ਸੀ ਨਾ, ਇੱਦਾਂ ਹੀ ਚੱਲਦਾ ਹੁੰਦਾ ਸੀ। 1 ਰੁਪਈਏ ਦੇ 100 ਪਾਉਂਡ ਮਿਲਦੇ ਸੀ। ਭਾਵੇਂ ਜਾ ਕੇ ਨਾ ਗੂਗਲ 'ਤੇ ਸਰਚ ਕਰਕੇ ਵੇਖ ਲਿਓ ਵੀ ਉਦੋਂ ਹਿੰਦੁਸਤਾਨ ਦੀ ਕਰੰਸੀ ਕਿੰਨੀ ਉੱਚੀ ਸੀ। ਉਲਟਾ ਹੀ ਕੰਮ ਸੀਗਾ ਉਹਨਾਂ ਦੇ। ਅੱਜ ਇੱਥੇ ਆ ਕੇ ਆਪਣਾ 75 ਰੁਪਈਆ ਬਣ ਜਾਂਦਾ, ਤੇ ਉਦੋਂ ਹਿੰਦੁਸਤਾਨ ਦੀ ਜਿਹੜੀ ਕਰੰਸੀ ਸੀ, ਇਸ ਦੇਸ਼ ਦੀ ਭਾਰਤ ਦੀ ਜਿਹੜੀ ਕਰੰਸੀ ਸੀ, ਉਦੋਂ ਪੌਂਡ 100 ਮਿਲਦੇ ਸਨ। ਇਹੋ ਜਿਹੇ ਡਾਲਰ ਜਿਹੜੇ 50 75 ਮਿਲਦੇ ਸਨ। ਉਲਟਾ ਕੰਮ ਸੀਗਾ। ਕਿਉਂ? ਅਮੀਰ ਸੀ ਹਿੰਦੁਸਤਾਨ। ਇਹ ਤਾਂ ਕਦੀ ਅਬਦਾਲੀ ਆਇਆ, ਕਦੀ ਨਾਦਰ ਸ਼ਾਹ ਆਇਆ, ਕਦੀ ਤੈਮੂਰ ਵਰਗੇ ਆ ਗਏ, ਲੁੱਟ ਕੇ ਹਿੰਦੁਸਤਾਨ ਨੂੰ ਲੈ ਗਏ ਤੇ ਖਾਲੀ ਕਰ ਦਿੱਤਾ। ਰਹਿੰਦੀ ਕਹਿੰਦੀ ਕਸਰ ਅੱਜ ਦੀਆਂ ਸਰਕਾਰਾਂ ਨੇ ਕੱਢ ਦਿੱਤੀ। ਇਹਨਾਂ ਨੇ ਲੁੱਟ ਕੇ ਆਪਣੇ ਘਰ ਭਰ ਲਏ ਤੇ ਸਾਰਾ ਦੇਸ਼ ਖੋਖਲਾ ਕਰਕੇ ਗਰੀਬੀ ਦੀ ਮਾਰ ਹੇਠਾਂ ਸੁੱਟ ਦਿੱਤਾ। ਇਹ ਸੱਚਾਈ ਹੈ। ਸੋ ਭਾਈ ਰਤਨ ਸਿੰਘ ਕਹਿੰਦੇ ਪਦਮ ਰੁਪਈਏ ਲੈ ਗਏ ਸੁਣੀਏ। ਇਹ ਗੱਲ ਸੁਣੀ ਹੈ। 100 ਨੀਲ ਦਾ ਇੱਕ ਪਦਮ ਬਣਦਾ ਹੈ। ਕਹਿ ਲਓ ਵੀ ਕਰੋੜਾਂ ਅਰਬਾਂ ਖਰਬਾਂ ਤੂਤਾਂ ਦੀ ਖੇਡ ਬਣ ਗਈ ਵੀ ਇੱਕ ਪਦਮ ਜਿਹੜਾ ਸੀ ਉਹ ਧਨ ਇੱਥੋਂ ਹਿੰਦੁਸਤਾਨ ਵਿੱਚੋਂ ਲੈ ਗਿਆ। ਇੱਥੇ ਨਹੀਂ ਰੁਕਿਆ। ਹਿੰਦੁਸਤਾਨ ਵਿੱਚ ਜਿੰਨੇ ਵਧੀਆ ਤੋਂ ਵਧੀਆ ਤੋਹਫੇ ਸਨ ਉਹ ਵੀ ਲੁੱਟ ਲਏ। 22 ਸੂਬੇ ਸਨ ਹਿੰਦੁਸਤਾਨ ਦੇ। ਉਹਨਾਂ ਸੂਬਿਆਂ ਦੇ ਵਿੱਚ ਜਿੰਨੇ ਜਿੰਨੇ ਤੋਹਫੇ ਸਨ, ਜਿੰਨੀ ਮਾਇਆ ਸੀ, ਸਾਰੀ ਲੁੱਟ ਲਈ। ਇਸੇ ਪ੍ਰਕਾਰ ਤਖਤ ਏ ਤਾਊਸ ਮੋਰ ਦੀ ਸ਼ਕਲ ਦਾ ਬਣਿਆ ਹੋਇਆ ਸੁੰਦਰ ਜਿਹੜਾ ਹਿੰਦੁਸਤਾਨ ਦਾ ਤਖਤ ਸੀ, ਉਹ ਵੀ ਲੁੱਟ ਲਿਆ। 9 ਕੋਟਾ ਜੀ। ਉਹ ਕਿੰਨਾ ਮਹਿੰਗਾ ਸੀ? 9 ਕਰੋੜ ਰੁਪਏ ਦਾ ਤਖਤ ਏ ਤਾਊਸ ਸੀਗਾ ਹਿੰਦੁਸਤਾਨ ਦਾ। ਉਹ ਜਿਹੜਾ 9 ਕਰੋੜ ਦਾ ਬਣਿਆ ਤਖਤ ਵੀ ਚੁੱਕ ਕੇ ਲੈ ਗਿਆ। ਇਸੇ ਪ੍ਰਕਾਰ ਕਹਿੰਦੇ ਨੇ ਵੀ ਇੱਕ ਸੋਨਾ ਹੁੰਦਾ ਹੈ, ਤੇ ਜਿਹੜਾ ਸੁਗੰਧੀ ਵਾਲਾ ਹੁੰਦਾ ਉਹਦੇ 'ਚੋਂ ਸੁਗੰਧੀ ਆਉਂਦੀ, ਬੜਾ ਕੀਮਤੀ ਹੁੰਦਾ, ਨਾਲੇ ਦੁਰਲੱਭ ਹੁੰਦਾ। ਉਹ ਸੋਨਾ ਮਿਲਦਾ ਨਹੀਂ ਆਮ। 200 ਕਿਲੋ ਸੋਨਾ ਸੀਗਾ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਕੋਲੋਂ ਸੀ। ਉਹ 200 ਕਿਲੋ ਸੋਨਾ ਵੀ ਚੁੱਕ ਕੇ ਲੈ ਗਿਆ ਹੈ। ਇੱਕ ਬੜਾ ਕੀਮਤੀ ਹੀਰਾ ਸੀ ਜਿਹੜਾ ਉਹਨਾਂ ਸਮਿਆਂ ਵਿੱਚ ਪਾਂਡਵਾਂ ਦੇ ਕੋਲ ਸੀ। ਇਸੇ ਪ੍ਰਕਾਰ ਕਹਿੰਦੇ ਵੀ ਬੜਾ ਕੀਮਤੀ ਉਹ ਲਾਲ ਸੀਗਾ ਤੇ ਉਹ ਵੀ ਚੁੱਕ ਕੇ ਲੈ ਗਿਆ। ਹੁਣ ਬੜਾ ਕੀਮਤੀ ਸੀ, ਉਹਦਾ ਪ੍ਰਕਾਸ਼ ਬੜਾ ਸੀਗਾ। ਲੋਕ ਕਹਿੰਦੇ ਨੇ ਵੀ ਜਿਹੜਾ ਬਾਦਸ਼ਾਹ ਸੀ ਉਹਨਾਂ ਨੂੰ ਰੱਖ ਕੇ ਨਾ ਰਾਤ ਉਹਦੇ ਚਾਨਣ ਦੇ ਵਿੱਚ ਕੁਰਾਨ ਪੜ੍ਹਦਾ ਸੀਗਾ। ਇੰਨੇ ਕੀਮਤੀ ਉਹ ਹੀਰੇ ਸਨ, ਲਾਲ ਸਨ। ਹੁਣ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਉਹ ਪਹਿਲੀ ਗੱਲ ਵੀ ਕਿਸੇ ਨੇ ਵੇਖੇ ਤਾਂ ਨਹੀਂ ਜਿਨ੍ਹਾਂ ਦਾ ਜ਼ਿਕਰ ਲੋਕ ਕਰਦੇ ਨੇ, ਪਰ ਇਹ ਜ਼ਰੂਰ ਸੁਣਿਆ ਗਿਆ ਵੀ ਉਹ ਬਾਦਸ਼ਾਹ ਦੇ ਕੋਲ ਸਨ ਤੇ ਉਹਦੇ ਪ੍ਰਕਾਸ਼ ਵਿੱਚ, ਚਾਨਣ ਦੇ ਵਿੱਚ ਉਹ ਹਮੇਸ਼ਾ ਕੁਰਾਨ ਪੜ੍ਹਿਆ ਕਰਦਾ ਸੀ। ਇਹ ਜਿਹੜੀ ਚਰਚਾ ਸਾਰੇ ਜਹਾਨ ਦੇ ਵਿੱਚ ਪ੍ਰਚਲਿਤ ਹੈ। ਹੁਣ ਉੱਥੇ ਦਿੱਲੀ ਵਿੱਚ ਇੱਕ ਮੱਛੀ ਸੀ ਜਿਹਦਾ ਨਾਮ ਸਾਹਿਨਕੂਰ ਸੀ। ਉਹ ਮੱਛੀ ਕਿੱਦਾਂ ਦੀ ਸੀ ਵੀ ਹੁਣੇ ਮੱਛੀ ਖਾਂਦੇ ਸਨ, ਮਾਸ ਖਾਣਾ, ਮੱਛੀ ਖਾਣੀ। ਉਹ ਮੱਛੀ ਇੱਦਾਂ ਦੀ ਸੀ ਵੀ ਉਹ ਜਿਉਂਦੀ ਨੂੰ ਕਰਦ ਮਾਰ ਕੇ ਨਾ ਮਾਸ ਕੱਢ ਲੈਂਦੇ ਸਨ ਤੇ ਉਹ ਸਵੇਰ ਤੱਕ ਫਿਰ 9 ਹੋ ਜਾਂਦੀ ਸੀ। ਇਹ ਨਹੀਂ ਹੈਗਾ ਵੀ ਮਾਸ ਕੱਢ ਲਿਆ ਤੇ ਉੱਦਾਂ ਹੀ ਰਹਿ ਗਏ, ਨਹੀਂ, ਉਹ ਜਿੰਨਾ ਮਾਸ ਕੱਢਣਾ ਸਵੇਰ ਤੱਕ ਉਹਨਾਂ ਫਿਰ ਭਰ ਜਾਣਾ। ਉਹ ਸਾਹਿਨਕੂਰ ਜਿਹੜੀ ਕੀਮਤੀ ਮੱਛੀ ਹੈ ਉਹ ਵੀ ਚੁੱਕ ਕੇ ਲੈ ਗਿਆ। ਤੇ ਇੱਕ ਮੋਤੀ ਸੀ ਜਿਹਨੂੰ ਗੱਜ ਮੋਤੀ ਕਹਿੰਦੇ ਨੇ, ਉਹ ਹਾਥੀ ਦੇ ਮੱਥੇ ਵਿੱਚ ਹੁੰਦਾ ਗੱਜ ਮੋਤੀ, ਬੜਾ ਕੀਮਤੀ ਹੁੰਦਾ।
ਜਦੋਂ ਹਾਥੀ ਦੇ ਮੱਥੇ ਤੇ ਸਵੰਤੀ ਬੂੰਦ ਪੈਂਦੀ ਹੈ ਨਾ, ਬਬੀਹੇ ਦੀ ਪਿਆਸ ਬੁਝਾਉਂਦੀ ਸਵੰਤੀ ਬੂੰਦ, ਜਦੋਂ ਹਾਥੀ ਦੇ ਮੱਥੇ ਤੇ ਪੈਂਦੀ ਹੈ ਤੇ ਉਹ ਮੋਤੀ ਬਣ ਜਾਂਦਾ ਆ। ਤੇ ਹੁਣ ਉਹ ਮੋਤੀ ਬੜਾ ਕੀਮਤੀ ਹੁੰਦਾ, ਹਰ ਇੱਕ ਹਾਥੀ ਵਿੱਚ ਹੁੰਦਾ ਨਹੀਂ। ਤੇ ਕਹਿੰਦੇ ਨੇ ਵੀ ਉਹ ਜਿਹੜਾ ਜਿਵੇਂ ਮੁਰਗੀ ਦਾ ਅੰਡਾ ਹੁੰਦਾ ਨਾ, ਇਸ ਆਕਾਰ ਦਾ ਬੜਾ ਕੀਮਤੀ ਮੋਤੀ ਹੈ। 64 ਰੱਤੀ ਤੋਲ ਪਛਾਣ ਤੇ 64 ਰੱਤੀਆਂ ਉਹਦਾ ਤੋਲ ਹੈ। ਇੱਕ ਵਿਦਵਾਨ ਨੇ ਲਿਖਿਆ ਵੀ ਇਹ ਉਹ ਮੋਤੀ ਸੀ ਜਿਹੜਾ ਮੋਤੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਾਹਜਹਾਨ ਨੂੰ ਦਿੱਤਾ ਸੀਗਾ। ਜਦੋਂ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਵੱਢ ਕੇ ਚਾਵਲਾਂ 'ਚ ਪਾ ਕੇ ਖਵਾ ਦਿੱਤੀ, ਉਹ ਬਿਮਾਰ ਹੋ ਗਿਆ। ਖਾਸ ਤੋਲੇ ਦੀਆਂ ਹਰੜਾਂ ਆਦਿਕ ਚਾਹੀਦੀਆਂ ਸਨ। ਉਹਨੇ ਫਿਰ ਚਿੱਠੀ ਲਿਖੀ, ਜਦੋਂ ਪਤਾ ਲੱਗਿਆ ਨਾ ਇਹ ਕੀਮਤੀ ਚੀਜ਼ਾਂ ਕੇਵਲ ਗੁਰੂ ਕੇ ਖਜ਼ਾਨੇ ਵਿੱਚੋਂ ਮਿਲਦੀਆਂ ਨੇ। ਤੇ ਸਾਧ ਸੰਗਤ ਜੀ ਫਿਰ ਚਿੱਠੀ ਆਈ ਮਹਾਰਾਜ ਕੋਲ ਸ਼ਾਹਜਹਾਨ ਦੀ, ਅਰਦਾਸ ਕੀਤੀ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਕੀਤੇ, ਮੇਰੇ ਕੋਲੋਂ ਗਲਤੀਆਂ ਬੜੀਆਂ ਹੋਈਆਂ, ਮੈਨੂੰ ਮਾਫ ਕਰ ਦਿਓ, ਮੇਰਾ ਪੁੱਤਰ ਬਿਮਾਰ ਹੈ। ਗੁਰੂ ਹਰਿਰਾਏ ਸਾਹਿਬ ਜੀ ਦਵਾਖਾਨਾ ਚਲਾਉਂਦੇ ਸਨ ਤੇ ਉਹਨਾਂ ਦਿਨਾਂ ਵਿੱਚ ਸਭ ਕੁਝ ਸੀ ਉਹਨਾਂ ਦੇ ਪਾਸ। ਹਰੜ ਤੇ ਲੌਂਗ ਜਿਹੜੇ ਸਨ ਖਾਸ ਤੋਲੇ ਦੇ ਸਨ, ਵੀ ਉਹ ਲੱਭਿਆ ਨਹੀਂ ਸੀ ਮਿਲਦੇ ਕਿਤੋਂ। ਉਹਨੇ ਬੜੀ ਕੋਸ਼ਿਸ਼ ਕਰਾਈ, ਮਿਲੇ ਨਹੀਂ। ਫਿਰ ਕਿਸੇ ਸਿੱਖ ਨੇ ਦੱਸਿਆ ਵੀ ਤੁਹਾਨੂੰ ਉੱਥੋਂ ਮਿਲਣਗੇ। ਫਿਰ ਉਹਨੇ ਜਿੱਥੇ ਉਹ ਚੀਜ਼ਾਂ ਮੰਗੀਆਂ ਤੇ ਨਾਲ ਮੋਤੀ ਵੀ ਮੰਗ ਲਿਆ ਮਹਾਰਾਜ ਕੋਲੋਂ। ਤੇ ਗੁਰੂ ਸਾਹਿਬ ਜੀ ਨੇ ਉਹ ਮੋਤੀ ਵੀ ਦੇ ਦਿੱਤਾ ਤੇ ਉਹ ਹਰੜਾਂ ਆਦਿਕ ਉਹ ਵੀ ਦੇ ਦਿੱਤੀਆਂ ਤੇ ਦਾਰਾ ਸ਼ਿਕੋਹ ਦੇ ਨਾਲ ਠੀਕ ਹੋ ਗਿਆ। ਵੈਦਾਂ ਨੇ ਦਵਾਈ ਦੂਈ ਬਣਾ ਕੇ ਦਿੱਤੀ, ਉਹ ਠੀਕ ਹੋ ਗਿਆ। ਅੰਦਰੋਂ ਜਿਹੜਾ ਸ਼ੇਰ ਦੀ ਮੁੱਛ ਦਾ ਵਾਲ ਸੀ ਉਹ ਨਿਕਲ ਗਿਆ ਪੇਟ ਵਿੱਚੋਂ ਉਹਦੇ। ਤੇ ਵਿਦਵਾਨ ਕਹਿੰਦੇ ਇਹ ਉਹੀ ਮੋਤੀ ਹੈ ਵੀ ਜਿਹੜਾ ਗੁਰੂ ਹਰਿਰਾਏ ਸਾਹਿਬ ਨੇ ਦਿੱਤਾ ਸੀਗਾ। ਤੇ 64 ਰੱਤੀਆਂ ਇਹਦਾ ਤੋਲ ਸੀਗਾ। ਤੇ ਜੈਸੇ ਮੁਰਗੀ ਦਾ ਅੰਡਾ ਹੁੰਦਾ, ਉਸ ਆਂਡੇ ਦੇ ਆਕਾਰ ਦਾ ਇਹ ਮੋਤੀ ਹੈ। ਗੁਲਾਈ ਜ਼ਿੰਦਗੀ ਬੜੀ ਅਪਾਰ ਇਹਦੀ ਗੁਲਾਈ ਵੀ ਬੜੀ ਸੁੰਦਰ ਹੈ। ਕਵੀਸ਼ਰ ਬੁੱਧ ਅਨੁਸਾਰ ਇਸ ਤਰ੍ਹਾਂ ਕਵੀਸ਼ਰਾਂ ਨੇ ਆਪਣੀ ਬੁੱਧੀ ਅਨੁਸਾਰ ਇਹਦੀ ਮਹਿਮਾ ਕੀਤੀ ਹੈ। ਦੁਹਰਾ ਤਾਨ ਸੈਨ ਪਾਤਸ਼ਾਹੀ ਦੇ ਤੋਹਫੇ ਲਏ ਥੇ ਦੋਏ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਤਾਨਸੈਨ ਹੁੰਦਾ ਸੀ ਗਵਈਆ। ਉਹਦਾ ਤਾਨਸੈਨ ਬੜਾ ਉੱਚ ਕੋਟੀ ਦਾ ਗਵਈਆ ਸੀ, ਪਰ ਉਹਦਾ ਜਿਹੜਾ ਗੁਰੂ ਸੀ ਉਹਦੇ ਨਾਲੋਂ ਵੀ ਅੱਗੇ ਸੀਗਾ। ਜਦੋਂ ਉਹਦਾ ਗੁਰੂ ਗਾਉਂਦਾ ਸੀ ਨਾ, ਪੰਛੀ ਵੀ ਠਠੰਬਰ ਜਾਂਦੇ ਸਨ, ਦਰਖਤਾਂ 'ਚੋਂ ਅੰਮ੍ਰਿਤ ਚੋਂਦਾ ਸੀ। ਅਕਬਰ ਨੂੰ ਦਰਸ਼ਨ ਨਹੀਂ ਸੀ ਦਿੰਦਾ, ਉਹ ਕਿਸੇ ਨੂੰ ਮਿਲਦਾ ਨਹੀਂ ਸੀ ਹੁੰਦਾ, ਆਪਣੀ ਮੌਜ ਵਿੱਚ ਗਾਉਂਦਾ ਸੀਗਾ। ਇੱਕ ਵਾਰੀ ਗਿਆ, ਅਕਬਰ ਨੇ ਲੁੱਕ ਕੇ ਵੇਖਿਆ ਤਾਨਸੈਨ ਦੇ ਨਾਲ। ਜਦੋਂ ਲੁੱਕ ਕੇ ਵੇਖਿਆ ਉਹਨੇ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਆਲਾਪ ਲਾਏ, ਰਾਗ ਗਾਏ, ਅਕਬਰ ਸੁੰਨ ਹੋ ਗਿਆ। ਤਾਨਸੈਨ ਨੂੰ ਕਹਿਣ ਲੱਗਾ, ਗਾਉਂਦਾ ਤਾਂ ਤੂੰ ਵੀ ਹੈ, ਤੇਰੇ ਵਰਗਾ ਵੀ ਕੋਈ ਨਹੀਂ, ਗਾਉਂਦਾ ਤੂੰ ਵੀ ਹੈ, ਪਰ ਜੋ ਇਹਨੇ ਗਾਇਆ ਅੱਜ ਤੱਕ ਤੂੰ ਵੀ ਨਹੀਂ ਗਾ ਸਕਿਆ, ਅੱਜ ਤੱਕ ਤੂੰ ਵੀ ਨਹੀਂ ਗਾ ਸਕਿਆ। ਉਹ ਕਹਿੰਦਾ ਫਰਕ ਇੰਨਾ ਕੁ ਹੈ, ਮੈਂ ਤੇਰੇ ਲਈ ਗਾਉਣਾ, ਉਹ ਰੱਬ ਲਈ ਗਾਉਂਦਾ ਹੈ। ਤਾਨਸੈਨ ਦਾ ਗੁਰੂ ਵੀ ਮਹਾਂਪੁਰਸ਼ ਸੀ ਜਿਹਨੇ ਰਾਗ ਵਿਦਿਆ ਨੂੰ ਸਿਖਾਈ, ਪਰ ਤਾਨਸੈਨ ਵੇਚ ਦਿੱਤਾ ਕਿਹਨੇ? ਅਕਬਰ ਨੇ। ਇੱਧਰ ਸੁਣ 'ਚ ਆਇਆ ਵੀ ਗਵਾਲੀਅਰ ਦਾ ਇੱਕ ਰਾਜਾ ਸੀਗਾ, ਉਹਦੇ ਕੋਲ 2 ਕੀਮਤੀ ਲਾਲ ਸਨ। ਉਹ ਕੀਮਤੀ ਤੋਹਫੇ ਲੈਣ ਵਾਸਤੇ ਨਾ ਤੇ ਇਹਨੇ ਤਾਨਸੈਨ ਉਹਨੂੰ ਦੇ ਦਿੱਤਾ ਵੀ ਤੂੰ ਰੱਖ ਲੈ ਤੇ ਮੈਨੂੰ ਇਹ ਜਿਹੜੇ ਲਾਲ ਆਦਿਕ ਦੇ ਦੇ। ਐਨ ਚੈਨ ਕੀ ਮਾਲ ਇੱਕ ਉਹ ਹੀਰਾ ਗੁਲਾਬੀ ਸੋਏ। ਕਹਿੰਦੇ ਇੱਕ ਮਾਲਾ ਸੀ, ਜਿਸ ਮਾਲਾ ਨੂੰ ਐਨ ਚੈਨ ਦੀ ਮਾਲਾ ਕਹਿੰਦੇ ਸਨ, ਬੜੀ ਕੀਮਤੀ ਮਾਲਾ ਸੀ। ਹੁਣ ਤਾਂ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਲੋਪ ਕਰ ਦਿੱਤੀਆਂ ਨਾ। ਬੰਦਾ ਕੁੱਤੇ ਦਾ ਸੁਭਾਅ ਮਨੁੱਖ ਦਾ ਹੋ ਗਿਆ, ਹਲਕਾ ਹੋ ਗਿਆ ਬੰਦਾ। ਜਿਹੋ ਜਿਹੇ ਹਾਲਾਤ ਅੱਜ ਕੱਲ੍ਹ ਚੱਲਦੇ ਨੇ, ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਹੀ ਲੋਪ ਕਰ ਦਿੱਤੀਆਂ ਨੇ। ਤੇ ਐਨ ਚੈਨ ਦੀ ਮਾਲਾ ਹੈ, ਅੱਗੇ ਉਹਦਾ ਜ਼ਿਕਰ ਵੀ ਆਏਗਾ। ਇੱਕ ਐਨ ਚੈਨ ਦੀ ਮਾਲਾ ਲਈ ਉਹ ਹੀਰਾ ਗੁਲਾਬੀ ਸੋਏ। ਇੱਕ ਹੀਰਾ ਲਿਆ ਜਿਹਦੀ ਗੁਲਾਬੀ ਰੰਗ ਦੀ ਸ਼ੋਭਾ ਹੈ, ਉਹ ਜਿਹੜਾ ਹੀਰਾ ਉਹਦੇ ਕੋਲੋਂ ਲੈ ਲਿਆ। 2 ਤੋਹਫੇ ਲਏ ਤੇ ਤਾਨਸੈਨ ਉਹਨੂੰ ਦੇ ਦਿੱਤਾ ਹੈ। ਉਸ ਹੀਰੇ ਕੀ ਖਾਤਰੇ ਦਿੱਲੀ ਮੁਗਲ ਪਾਤਸ਼ਾਹੇ। ਇਸੇ ਪ੍ਰਕਾਰ ਦਿੱਲੀ ਦਾ ਮੁਗਲ ਪਾਤਸ਼ਾਹ ਜਿਹੜਾ ਸੀ, ਉਸ ਹੀਰੇ ਦੀ ਖਾਤਰ ਉਹਨੇ ਤਾਨਸੈਨ ਵੀ ਵੇਚ ਦਿੱਤਾ ਹੈ। ਤੋੜੇ ਵੱਟ ਜਵਾਹਰੀ ਦੋਏ ਚਾਵਲ ਘੱਟ ਕਰਾਏ। ਇਸੇ ਪ੍ਰਕਾਰ ਉਹ ਜਿਹੜਾ ਹੀਰਾ ਸੀ ਉਹ ਜਵਾਰੀਆਂ ਨੂੰ ਦੇ ਦਿੱਤਾ ਤੇ ਆਖਿਆ ਵੀ ਇਹਨੂੰ ਤੋੜੋ। ਉਹਨੂੰ ਤੋੜ ਕੇ ਨਾ 2 ਚਾਵਲ ਛੋਟਾ ਜਿਹਾ ਹੁੰਦਾ ਨਾ, ਉਹਦੇ ਵਿੱਚੋਂ 2 ਚਾਵਲਾਂ ਜਿਨ੍ਹਾਂ ਨੂੰ ਤੋੜ ਕੇ ਵੱਖਰਾ ਕਰਾ ਦਿੱਤਾ ਹੈ। 12 ਰੱਤੀ ਥੋ ਪੱਕੀ ਉਹ ਦੋਏ ਚਾਵਲ ਘੱਟ ਸੋਏ। ਇਸੇ ਪ੍ਰਕਾਰ ਉਹ 12 ਰੱਤੀਆਂ
ਪੱਕੀਆਂ ਜਿਹੜੀਆਂ ਸੀ ਉਹਦਾ ਤੋਲ ਸੀਗਾ, ਤੇ ਉਹਨੇ ਉਹਦੇ ਵਿੱਚੋਂ ਤੋਲ ਤੋੜ ਕੇ 2 ਚਾਵਲਾਂ ਜਿੰਨਾ ਵਜਨ ਜਿਹੜਾ ਉਹਦੇ ਵਿੱਚੋਂ ਘਟਾ ਕੇ ਨਾ, ਤੇ ਉਹ 12 ਰਤੀਆਂ ਪੂਰਾ ਨਹੀਂ ਰਹਿਣ ਦਿੱਤਾ, ਉਹਨੂੰ ਛੋਟਾ ਕਰ ਦਿੱਤਾ ਹੈ। ਉਹਨੇ ਆਪਣੇ ਮੁਕਟ ਦੇ ਵਿੱਚ ਉਹਨੂੰ ਜੜਾ ਲਿਆ, ਮੁਕਟ ਦੇ ਵਿੱਚ ਜੜਾ ਲਿਆ, ਤੇ ਕਹਿੰਦੇ ਵੀ ਉਧਰ ਜਿੱਧਰ ਵੀ ਉਹਦਾ ਪਰਛਾਵਾਂ ਪੈਂਦਾ ਸੀ ਨਾ, ਜਿੱਧਰ ਉਹਨੂੰ ਵੇਖਦੇ ਸਨ ਜੇ ਮੁਕਟ 'ਚ ਲੱਗਾ ਹੋਇਆ ਸੀ, ਤੇ ਗੁਲਾਬੀ ਰੰਗ ਦਾ ਪਰਛਾਵਾਂ ਉਹਦਾ ਪੈਂਦਾ ਹੈ। ਜਿਹੜੀ ਐਨ ਚੈਨ ਦੀ ਮਾਲਾ ਹੈ, ਦੇਈ ਨੂੰ ਕੋਈ ਦੁੱਖ ਹੋਣਾ, ਥਕਾਵਟ ਹੋਣੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਣੀ, ਤੇ ਉਹ ਮਾਲਾ ਲੈ ਕੇ ਅੱਖਾਂ ਤੇ ਲਾ ਲੈਣੀ, ਬਸ ਅੱਖਾਂ ਤੇ ਲਾਉਂਦਿਆਂ ਸਾਰੀ ਸਰੀਰ ਦੇ ਦੁੱਖ ਕੱਟ ਦਿੰਦੀ ਹੈ। ਹੁਣ ਉਹ ਜਿਹੜਾ ਗੁਲਾਬੀ ਭਾ ਮਾਰਨ ਵਾਲਾ ਉਹ ਹੀਰਾ ਵੀ ਚੁੱਕ ਲਿਆ ਨਾਦਰ ਨੇ, ਤੇ ਐਨ ਚੈਨ ਦੀ ਜਿਹੜੀ ਮਾਲਾ ਸੀ ਉਹ ਵੀ ਉਹਨੇ ਖਜ਼ਾਨੇ ਵਿੱਚੋਂ ਲੁੱਟ ਲਈ ਹੈ। ਉਹਨੇ ਉਹਦੇ 4 ਹਿੱਸੇ ਕਰ ਦਿੱਤੇ ਮਾਲਾ ਦੇ, 4 ਹਿੱਸੇ ਕਰਕੇ ਜਿਹੜਾ ਤਰਕਸ ਪੱਥਾ ਸੀ ਤੀਰਾਂ ਵਾਲਾ, ਤੇ ਉਹਦੇ ਨਾਲ ਲਟਕਾ ਲਈ, ਉਹਦੇ ਨਾਲ ਬੰਨ੍ਹ ਲਈ। ਹੁਣ ਜਦੋਂ ਮਾਲਾ ਤੋੜ ਦਿੱਤੀ, ਉਹਦੀ ਸ਼ਕਤੀ ਖਤਮ ਹੋ ਗਈ ਮਾਲਾ ਦੀ, ਪਹਿਲਾਂ ਜੁੜੀ ਹੋਈ ਸੀ, ਉਹਦੀ ਤਾਕਤ ਸੀ, ਉਹਨੇ ਮਾਲਾ ਤੋੜ ਕੇ ਪੱਥੇ ਨਾਲ ਲਟਕਾ ਲਈ ਤੇ ਉਹਦੀ ਤਾਕਤ ਖਤਮ ਕਰ ਦਿੱਤੀ ਹੈ। ਇਸੇ ਪ੍ਰਕਾਰ ਦਿੱਲੀ ਵਿੱਚ 80 ਹੱਟ ਸਨ, ਜਿਨ੍ਹਾਂ ਵਿੱਚ ਕਰੋੜਾਪਤੀ ਵਪਾਰੀ ਬਹਿੰਦੇ ਸਨ। ਇਹਨੇ ਸਾਰੇ ਲੁੱਟ ਲਏ, ਤੇ ਕਹਿੰਦੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਤੇਲ ਪਾਣ ਵਾਸਤੇ ਵੀ ਨਹੀਂ ਛੱਡਿਆ ਦਿੱਲੀ ਦੇ ਵਿੱਚ, ਦੀਵਿਆਂ ਵਿੱਚ ਇਹਨੇ ਖਾਲੀ ਕਰ ਦਿੱਤਾ ਹਿੰਦੁਸਤਾਨ, ਲੁੱਟ ਕੇ ਲੈ ਗਿਆ ਸਾਰਾ ਕੁਝ। ਇਸੇ ਪ੍ਰਕਾਰ ਜੋਰਾ ਭੋਰਾ ਜੋ ਕੁਝ ਵੀ ਲੋਕਾਂ ਨੇ ਭੋਰਾ ਕਰਕੇ ਜੋੜਿਆ ਸੀ, ਲੁੱਟ ਕੇ ਲੈ ਗਿਆ ਹੈ। ਇਸੇ ਪ੍ਰਕਾਰ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਸੀਗਾ, ਉਹਨੇ ਨਾਦਰ ਸ਼ਾਹ ਦੇ ਨਾਲ ਸਲਾਹ ਕੀਤੀ, ਤੇ 20 ਕਰੋੜ ਰੁਪਈਆ ਜਿਹੜਾ ਸੀ ਉਹਨੂੰ ਦੇਣਾ ਉਹਨੇ ਆਪਣੇ ਸਿਰ ਲਿਆ ਹੈ। ਪਰ ਜਦੋਂ ਹੁਣ 20 ਕਰੋੜ ਰੁਪਈਆ ਦੇਣ ਲੱਗਾ, ਤੇ ਖਜ਼ਾਨੇ ਚੋਂ ਨਿਕਲਿਆ ਹੀ 17 ਕਰੋੜ, ਤੇ 3 ਕਰੋੜ ਰੁਪਈਆ ਜਿਹੜਾ ਸੀ ਉਹ ਦੇ ਨਾ ਸਕਿਆ, ਉਹ ਰਹਿ ਗਿਆ ਹੈ। ਉਸ ਤੋਂ ਬਾਅਦ ਫਿਰ ਜਦੋਂ ਅਹਿਮਦ ਸ਼ਾਹ ਆਇਆ ਨਾ, ਉਹਨੇ ਫਿਰ 3 ਕਰੋੜ ਰੁਪਈਆ ਬਾਅਦ ਵਿੱਚ ਆ ਕੇ ਲਿਆ। 17 ਕਰੋੜ ਰੁਪਈਆ ਇਹਨੇ ਉਸ ਵਕਤ ਮੁਹੰਮਦ ਸ਼ਾਹ ਰੰਗੀਲੇ ਕੋਲੋਂ ਵੀ ਲੈ ਲਿਆ, 3 ਕਰੋੜ ਘਟ ਗਿਆ ਸੀ, ਉਹ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਲਿਆ ਹੈ। 5 ਸੂਬੇ ਲਏ ਹਿੰਦੁਸਤਾਨ ਦੇ ਨਾਲ ਜਿਹੜੇ 5 ਸੂਬੇ ਸਨ, ਇਹ ਉਹਨੇ ਵੱਖਰੇ ਕਰਾ ਦਿੱਤੇ, ਜਿਵੇਂ ਆ ਪਿਸ਼ੌਰ, ਮੁਲਤਾਨ ਆਦਿਕ, ਤੇ ਇਧਰ ਦਾ ਲਾਹੌਰ ਦਾ ਜਿੰਨਾ ਵੀ ਇਲਾਕਾ ਸੀ ਨਾ, ਇਹਨੇ ਸਾਰਾ ਕਟਾ ਦਿੱਤਾ। 5 ਜਿਹੜੇ ਕੀਮਤੀ ਸੂਬੇ ਹਿੰਦੁਸਤਾਨ ਦੇ, ਇਹਨੇ ਹਿੰਦੁਸਤਾਨ ਨਾਲੋਂ ਕੱਟ ਦਿੱਤੇ ਹਨ। ਲਾਹੌਰ ਤੱਕ ਦਾ ਨਾਂ ਜਿਹੜਾ ਆਪਣੇ ਨਾਂ ਇਹਨੇ ਲਵਾ ਲਿਆ, ਆਪਣੇ ਇਲਾਕੇ ਵਿੱਚ ਸਾਰੇ ਸੂਬੇ ਰਲਾ ਲਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਹੋਰ ਧਨ ਦੀ ਕੀ ਗੱਲ ਕਰੀਏ, ਹਿੰਦੁਸਤਾਨ ਦੇ ਜਿਹੜੇ 22 ਸੂਬੇ ਹਨ, तीनों इकट्ठी थी करी 16 गयो नादर शाहे। ਉਹਨਾਂ ਨੇ ਜਿੰਨੀ ਵੀ ਮਾਇਆ ਇਕੱਠੀ ਕੀਤੀ ਹੋਈ ਸੀ ਤੇ ਨਾਦਰ ਸ਼ਾਹ ਉਹ ਸਾਰੀ ਮਾਇਆ ਉਹਨਾਂ ਕੋਲ ਖੋ ਕੇ ਲੁੱਟ ਕੇ ਲੈ ਗਿਆ ਹੈ। ਜੋ ਮਾਰੇ ਜੰਗ ਮੈਂ ਤਿੰਨੀ ਕੌਣ ਸ਼ੁਮਾਰ, ਤੇ ਜਿਹੜੇ ਉਹਨੇ ਜੰਗ ਦੇ ਵਿੱਚ ਮਾਰ ਦਿੱਤੇ ਉਹਨਾਂ ਦੀ ਕੌਣ ਗਿਣਤੀ ਕਰ ਸਕਦਾ ਹੈ। ਗਰੀਬ ਉਹਨਾਂ ਮੱਧ ਦਿੱਲੀ 70,000। ਇਸੇ ਪ੍ਰਕਾਰ ਦਿੱਲੀ ਵਿੱਚ 9 ਘੰਟਿਆਂ ਵਿੱਚ 70,000 ਤੁਰਕੇ ਨੇ ਮਾਰ ਦਿੱਤੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਥੋੜ੍ਹੇ ਦਿਨ ਪਹਿਲਾਂ, ਜਦੋਂ ਜੁਮੇ ਦਾ ਦਿਨ ਸੀਗਾ ਤੇ ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਵੀ ਚਲੋ ਆਪਾਂ ਚੱਲ ਕੇ ਨਮਾਜ਼ ਪੜ੍ਹਦੇ ਹਾਂ, ਤੇ ਇਹਨੂੰ ਕਿਲੇ ਚੋਂ ਕੱਢ ਕੇ ਨਮਾਜ਼ ਪੜ੍ਹਨ ਵਾਸਤੇ ਲੈ ਗਿਆ। ਤੇ ਉਹ ਰਾਹ ਵਿੱਚ ਕਿਤੇ ਭੰਗੜ ਜੇ ਰਹਿੰਦੇ ਸਨ, ਉਹਨਾਂ ਨੇ ਕਹਿ ਦਿੱਤਾ ਵੀ ਸਾਡਾ ਰਾਜਾ ਬੜਾ ਸਿਆਣਾ ਆ, ਤੇ ਵੇਖੋ ਇਹਨਾਂ ਨੇ ਨਾਦਰ ਸ਼ਾਹ ਨੂੰ ਕਤਲ ਕਰ ਦੇਣਾ ਆ, ਤਰੀਕੇ ਨਾਲ ਇਹਨੂੰ ਕਿਲੇ ਚੋਂ ਮਾਰ ਕੱਢ ਲਿਆ ਤੇ ਇਹਨੂੰ ਮਾਰ ਦੇਣਾ ਆ। ਇਹ ਵੀ ਗੱਲ ਸੁਣਨ ਨੂੰ ਮਿਲੀ ਵੀ ਉਹਨਾਂ ਨੇ ਰੌਲਾ ਪਾ ਦਿੱਤਾ ਵੀ ਨਾਦਰ ਸ਼ਾਹ ਦਾ ਕਿਲੇ ਵਿੱਚ ਕਤਲ ਹੋ ਗਿਆ। ਉੱਥੇ ਲੋਕ ਜਿਹੜੇ ਸਨ ਨਾਦਰ ਸ਼ਾਹ ਦੀ ਫੌਜ ਨੂੰ ਪੈ ਗਏ। ਜਦੋਂ ਨਾਦਰ ਸ਼ਾਹ ਨੂੰ ਪਤਾ ਲੱਗਿਆ ਤੇ ਉਹ ਇੱਧਰ ਮਸਜਿਦ ਵਿੱਚ ਸੀ, ਜੁਮੇ ਦਾ ਦਿਨ ਸੀਗਾ, ਉਹ ਤਲਵਾਰ ਕੱਢ ਕੇ ਬਹਿ ਗਿਆ। ਤਲਵਾਰ ਕੱਢ ਲਈ ਉਹਨੇ, ਪਹਿਰੇ ਲਵਾ ਲਏ
ਆਖਦਾ ਵੀ ਕਤਲ ਕਰੋ ਇਹਨਾਂ ਲੋਕਾਂ ਦਾ ਦਿੱਲੀ ਦੇ। 9 ਘੰਟੇ ਕਰੀਬਨ ਕਤਲੇਆਮ ਚੱਲਿਆ ਤੇ 70,000 ਲੋਕ ਕਹਿਣੇ ਸੌਖੇ ਨੇ, 70,000 ਲੋਕਾਂ ਦਾ ਕਤਲ ਕਰਾਇਆ 9 ਘੰਟਿਆਂ ਦੇ ਵਿੱਚ। ਮੁਹੰਮਦ ਸ਼ਾਹ ਰੰਗੀਲਾ ਡਰਦਾ ਸੀ, ਡਰਦਾ ਮਾਰਾ ਬੋਲਿਆ ਨਹੀਂ, ਸੋਚਦਾ ਕਿਤੇ ਮੈਂ ਕੁਝ ਕਹਾਂ ਤੇ ਮੇਰੀ ਵਾਰੀ ਨਾ ਆ ਜਾਏ, ਮੇਰਾ ਨਾ ਨੰਬਰ ਲਾ ਦੇ। ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਵਜ਼ੀਰ ਸੀਗਾ ਮੁਹੰਮਦ ਸ਼ਾਹ ਰੰਗੀਲੇ ਦਾ, ਉਹਨੇ ਗਲ ਵਿੱਚ ਪੱਲੂ ਪਾਇਆ ਤੇ ਬੇਨਤੀ ਕਰਦਾ, ਮਹਾਰਾਜ ਬੜਾ ਕਤਲੇਆਮ ਹੋ ਗਿਆ, ਦਿੱਲੀ ਦੀਆਂ ਗਲੀਆਂ ਜਿਹੜੀਆਂ ਲਾਸ਼ਾਂ ਨਾਲ ਭਰ ਗਈਆਂ, ਲਹੂ ਦੇ ਨਾਲ ਪਰਨਾਲੇ ਇੱਥੇ ਚੱਲਣ ਲੱਗ ਪਏ ਨੇ, ਕਿਰਪਾ ਕਰੋ ਵੀ ਤਰਸ ਕਰੋ। 9 ਘੰਟਿਆਂ ਬਾਅਦ ਉਹਨੇ ਤਲਵਾਰ ਮਿਆਨ ਵਿੱਚ ਪਾਈ ਤੇ ਕਤਲੇਆਮ ਰੋਕਿਆ। ਤੇ ਸਾਧ ਸੰਗਤ ਜਿਹੜਾ ਬਚਨ ਸੀ, ਕਾਬਲ ਤੇ ਕੁੱਤਾ ਮੰਗਵਾऊं ਇਨਕਾ ਉਨ ਤੇ ਨਾਸ਼ ਕਰਾऊं, ਉਹ ਬਚਨ ਸੱਚਾ ਹੋ ਗਿਆ। ਆਪਸ ਵਿੱਚ ਲੜ ਪਏ ਨਾ, ਉਹਨੇ ਕਤਲੇਆਮ ਕਰਾਇਆ, ਨਾਦਰ ਸ਼ਾਹ ਨੇ ਤੁਰਕ ਮਰਾ ਦਿੱਤੇ, ਆ ਵੀ ਤੁਰਕ ਸੀ, ਤੁਰਕਾਂ ਨੂੰ ਹੀ ਮਾਰ ਦਿੱਤਾ। ਇਸੇ ਪ੍ਰਕਾਰ ਕੀਤੇ ਕਤਲ ਗਰੀਬ ਉਹਨ ਮੱਧ ਦਿੱਲੀ 70,000, ਦਿੱਲੀ ਵਿੱਚ 70,000 ਜਿਹੜੇ ਗਰੀਬ ਸਨ, ਇਸ ਤਰ੍ਹਾਂ ਨਾਦਰ ਸ਼ਾਹ ਨੇ ਇੱਕ ਦਿਨ ਵਿੱਚ ਕਤਲ ਕਰ ਦਿੱਤੇ। ਤੁਰਕਨ ਦੇ ਗਾਲ, ਇਸ ਤਰ੍ਹਾਂ ਭਾਈ ਤੁਰਕ ਨਾਦਰ ਸ਼ਾਹ ਨੇ ਤੁਰਕਾਂ ਨੂੰ ਗਾਲ ਦਿੱਤਾ। ਇਸੇ ਪ੍ਰਕਾਰ ਆਪਸ ਵਿੱਚ ਇਹਨਾਂ ਦੀ ਫੁੱਟ ਪੈ ਗਈ, ਆਪਸ ਵਿੱਚ ਫੁੱਟਣ ਕਰਕੇ ਹੀ ਹਿੰਦੁਸਤਾਨ ਦਾ ਇਹ ਹਾਲ ਹੋਇਆ। ਹੋਰ ਬਾਤ ਉਸ ਸਾਰੀ ਕਹੂੰ, ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ, ਜੇ ਮੈਂ ਤੁਹਾਨੂੰ ਹੋਰ ਸਾਰੀ ਗੱਲ ਸੁਣਾਉਣ ਲੱਗ ਜਾਵਾਂ ਗ੍ਰੰਥ ਵਧੰਤੇ ਚਿੱਤ ਸਕਹੂੰ, ਤੇ ਗ੍ਰੰਥ ਵੱਧ ਜਾਏਗਾ, ਇਸ ਕਰਕੇ ਚਿੱਤ ਵਿੱਚ ਥੋੜਾ ਸੰਕੋਚ ਕਰਦੇ ਆ ਤੇ ਮੈਂ ਸੰਖੇਪ ਵਿੱਚ ਹੀ ਤੁਹਾਨੂੰ ਸਾਰੀ ਗੱਲ ਸੁਣਾਈ ਹੈ। ਦੋਹਰਾ ਸਿੰਘਨ ਕੀ ਫਰਿਆਦ ਜਬ ਪੁੱਜੀ ਸੱਚੀ ਦਰਗਾਹ ਹੈ, ਜਦੋਂ ਗੁਰੂ ਖਾਲਸੇ ਦੀ ਫਰਿਆਦ ਸੱਚੀ ਦਰਗਾਹ, ਸੱਚੀ ਅਦਾਲਤ ਅਕਾਲ ਪੁਰਖ ਦੇ ਚਰਨਾਂ ਵਿੱਚ ਪਹੁੰਚੀ ਹੈ। ਆਫਤ ਉੱਠੀ ਕੁਰਾਨ ਸਾਨ ਤੇ ਪਰੀ ਦਿੱਲੀ ਪਰ ਆਏ, ਜਿਹੜੀ ਖੁਰਾਸਾਨ ਦਾ ਇਲਾਕਾ ਸੀ ਨਾ, ਉਧਰੋਂ ਆਫਤ ਉੱਠ ਕੇ ਆਈ ਨਾਦਰ ਸ਼ਾਹ ਦੇ ਰੂਪ ਦੇ ਵਿੱਚ, ਤੇ ਉਹ ਆਫਤ ਆ ਕੇ ਦਿੱਲੀ ਉੱਪਰ ਪੈ ਗਈ ਹੈ। ਦੋਹਰਾ ਦਿੱਲੀ ਖੂਬ ਸੋ ਉਨ ਲੁੱਟੀ ਡੇਰਾ ਬਰਸ ਕਰਾਏ, 1 ਸਾਲ ਨਾਦਰ ਸ਼ਾਹ ਦਿੱਲੀ ਵਿੱਚ ਡੇਰਾ ਕਰਕੇ ਰਿਹਾ ਤੇ ਉਹਨੇ ਦਿੱਲੀ ਨੂੰ ਖੂਬ ਲੁੱਟਿਆ ਹੈ। ਪਦਮ ਕੀ ਲੈ ਗਇਓ ਫਿਰ ਪੁੱਛਿਓ ਖਾਨੂ ਆਏ, ਕਈ ਪਦਮ ਦਾ ਦਰਬ ਧਨ ਜਿਹੜਾ ਸੀ ਲੈ ਕੇ ਤੇ ਉਹ ਵਾਪਸ ਚੱਲ ਪਿਆ, ਤੇ ਰਾਹ ਦੇ ਵਿੱਚ ਫਿਰ ਉਹ ਲਾਹੌਰ ਵੱਲ ਉਹਨੇ ਰੁਖ ਕਰ ਲਿਆ, ਕਿਉਂਕਿ ਲਾਹੌਰ ਦਾ ਸੂਬਾ ਜ਼ਕਰੀਆ ਖਾਨ ਉਹਨੇ ਆਪਣੇ ਪਾਸ ਇਹਨੂੰ ਬੁਲਾ ਲਿਆ ਹੈ। ਜੋ ਭਈ ਪੁੱਛਿਓ ਨਾਦਰ ਨੇ ਖਾਨੂ ਆਏ, ਨਾਦਰ ਸ਼ਾਹ ਨੇ ਇਸੇ ਪ੍ਰਕਾਰ ਖਾਨੂ ਨੂੰ ਆ ਕੇ ਪੁੱਛਿਆ ਹੈ। ਆਪਕੋ ਲੁੱਟਣਦਾਰ ਬਤਾਏ, ਮਸਲਾ ਇਉਂ ਹੋਇਆ ਵੀ ਜਦੋਂ ਇਹ ਵਾਪਸ ਜਾਂਦਾ ਸੀ ਤੇ ਰਾਹ ਵਿੱਚ ਖਾਲਸਾ ਪੈ ਗਿਆ ਨਾਦਰ ਸ਼ਾਹ ਨੂੰ, ਇਹਨੂੰ ਲੁੱਟ ਲਿਆ ਸਿੰਘਾਂ ਨੇ। ਉਹ ਜੋ ਕੁਝ ਉੱਥੋਂ ਲੁੱਟ ਕੇ ਲਿਆਇਆ ਸੀ ਰਾਹ ਦੇ ਵਿੱਚ ਫਿਰ ਸਿੰਘ ਪੈ ਗਏ। ਇਹ ਜਿੱਥੋਂ ਲੰਘਿਆ ਕਰੇ ਉੱਥੋਂ ਸਿੰਘ ਲੁੱਟ ਲਿਆ ਕਰਨ, ਜਿੱਥੋਂ ਲੰਘਿਆ ਕਰੇ ਸਿੰਘਾਂ ਦੀਆਂ ਡਾਰਾਂ ਪੈ ਜਾਇਆ ਕਰਨ ਇਹਨੂੰ। ਹੁਣ ਇਹ ਤਾਂ ਹਿਲੇ ਸਨ, ਸਿੱਧੇ ਰਸਤਿਆਂ 'ਚ ਤੁਰਨਾ, ਤੇ ਸਿੰਘ ਜੰਗਲ ਬੇਲਿਆਂ ਵਿੱਚ ਰਹਿਣਾ ਹਿਲੇ ਸਨ, ਤੇ ਪਤਾ ਲੱਗਦਾ ਨਹੀਂ ਸੀ ਵੀ ਕਿੱਧਰੋਂ ਆਏ, ਇੱਲ ਵਾਂਗੂ ਆਉਂਦੇ ਸਨ ਤੇ ਖੋ ਕੇ ਤੁਰ ਜਾਂਦੇ ਸਨ। ਹੁਣ ਨਾਦਰ ਸ਼ਾਹ ਬੜਾ ਦੁਖੀ ਹੋ ਗਿਆ ਵੀ ਇਹੋ ਜਿਹਾ ਕਿਹੜਾ ਵੀ ਮੈਂ ਹਿੰਦੁਸਤਾਨ ਲੁੱਟ ਲਿਆ ਤੇ ਮੈਨੂੰ ਵੀ ਲੁੱਟਣ ਵਾਲੇ ਵੀ ਕੋਈ ਬੈਠੇ ਹੀ ਨਾ ਮੈਨੂੰ ਲੁੱਟ ਲਿਆ। ਉਹਨੂੰ ਪਤਾ ਨਹੀਂ ਸੀ ਵੀ ਇਹ ਕੌਣ ਨੇ। ਉਹ ਫਿਰ ਲਾਹੌਰ ਗਿਆ ਤੇ ਜਾ ਕੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ, ਹਮਕੋ ਲੁੱਟਣਦਾਰ ਬਤਾਏ, ਵੀ ਮੈਨੂੰ ਇਹ ਦੱਸ ਵੀ ਮੈਨੂੰ ਹੁਣ ਲੁੱਟਣ ਵਾਲਾ ਕਿਹੜਾ ਜੰਮ ਪਿਆ ਹੈ, ਲੁੱਟ ਖਾਇਓ ਹਮਰੋ ਰਾਹੇ, ਜਿਨ੍ਹਾਂ ਨੇ ਮੈਨੂੰ ਮੇਰੀ ਫੌਜ ਨੂੰ ਰਾਹ ਦੇ ਵਿੱਚ ਲੁੱਟ ਕੇ ਖਾ ਲਿਆ ਹੈ। ਉਸੈ ਕੀ ਉੱਡਾ ਦਿਓ ਸਵਾਹੇ, ਇੱਕ ਵਾਰ ਮੈਨੂੰ ਨਾਂ ਦੱਸ ਦੇ, ਮੈਂ ਉਹਦੇ ਮੁਲਕ ਦਾ ਨਾਸ਼ ਕਰਕੇ ਨਾ ਤੇ ਸਵਾਖੇ ਬਣਾ ਕੇ ਉਡਾ ਦਿਆਂਗਾ। ਮੈਨੂੰ ਪਤਾ ਤਾਂ ਲੱਗੇ ਵੀ ਮੈਨੂੰ ਲੁੱਟਣ ਵਾਲਾ ਕਿਹੜਾ ਹੈ। ਖਾਨੂ ਨੇ ਐਸ ਬਖਾਨੀ, ਜਿਹੜਾ ਖਾਨੂ ਸੀਗਾ ਭਾਵ ਜ਼ਕਰੀਆ ਖਾ, ਉਹਨੇ ਇਸ ਤਰ੍ਹਾਂ ਬਚਨ ਆਖੇ ਹਨ। ਮੁਲਕ ਉਸੈ ਕੋ ਨਾਹੀ ਨਿਸ਼ਾਨੀ, ਆਖਣ ਲੱਗਾ, ਮਹਾਰਾਜ ਜਿਨ੍ਹਾਂ ਦੀ ਗੱਲ ਤੁਸੀਂ ਕਰਦੇ ਹੋ ਨਾ, ਉਹਨਾਂ ਦੀ ਤਾਂ ਕੋਈ ਮੁਲਕ ਦੀ ਨਿਸ਼ਾਨੀ ਵੀ ਨਹੀਂ ਹੈ। ਖੜੇ ਸੋਵੇਂ ਉਹ ਚਲਦੇ ਖਾਹੇ, ਉਹ ਖਲੋਤੇ ਹੀ ਸੌ ਜਾਂਦੇ ਨੇ ਤੇ ਤੁਰਦਿਆਂ ਹੀ ਛੱਕ ਲੈਂਦੇ ਨੇ। ਕਿੱਥੇ ਸਮਾਂ ਸੀ ਸਿੰਘਾਂ ਕੋਲ ਵੀ ਤੜਕੇ ਲਾਉਣ ਦਾ, ਵੀ ਦੇਸੀ ਘਿਓ ਦੇ ਤੜਕੇ ਲਾਓ, ਪਹਿਲਾਂ ਦਾਲ ਬਣੀ ਹੁੰਦੀ ਫਿਰ ਤੜਕਾ ਲਾ ਲਓ ਦੁਬਾਰਾ। ਇੰਨਾ ਕਿੱਥੇ ਸਮਾਂ ਸੀ। ਇਹ ਤਾਂ ਅੱਜ ਕੱਲ੍ਹ ਵਿਹਲਿਆਂ ਦੇ ਕੰਮ ਨੇ ਨਾ।
ਉਹ ਤਾਂ ਖੜੇ ਸੋਵੈ, ਖਲੋਤੇ ਹੀ ਸੌਂ ਜਾਂਦੇ ਸਨ ਤੇ ਚਲਦੇ ਚਲਦੇ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਲੰਗਰ ਛਕ ਲੈਂਦੇ ਸਨ। ਬੈਠੇ ਵੇ ਕਿਤੇ ਕੀ ਰਾਏ, ਉਹ ਕਿਸੇ ਪਿੰਡ ਗ੍ਰਾਮ ਨਗਰ ਦੇ ਵਿੱਚ ਨਹੀਂ ਬਹਿੰਦੇ, ਉਹਨਾਂ ਦਾ ਕੋਈ ਨਗਰ ਹੀ ਕੋਈ ਨਹੀਂ, ਕੋਈ ਪਿੰਡ ਕੋਈ ਨਹੀਂ ਹੈ। ਲੂਣ ਕਿਰਤ ਸੋ ਸਵਾਦ ਨਾ ਜਾਣੈ, ਉਹਨਾਂ ਨੂੰ ਲੂਣ ਤੇ ਘਿਓ ਦਾ ਸਵਾਦ ਹੀ ਨਹੀਂ ਪਤਾ। ਕਿਉਂ? ਕਈ ਸਦੀਆਂ ਕਈ ਸਾਲ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਕੱਚਾ ਭੋਜਨ ਕੱਚਾ ਅੰਨ ਖਾ ਕੇ ਖਾਲਸੇ ਨੇ ਗੁਜ਼ਾਰਾ ਕੀਤਾ। ਇਹ ਲੂਣ ਘਿਓ ਖਾਣ ਵਾਲੇ ਤਾਂ ਉਹ ਲੋਕ ਸਨ ਜਿਹੜੇ ਘਰਾਂ ਵਿੱਚ ਰਹਿ ਕੇ ਤੇ ਰਜਾਈਆਂ ਵਿੱਚ ਸੌਂਦੇ ਸਨ, ਤੇ ਜਿਨ੍ਹਾਂ ਨੇ 100 ਸਾਲ ਘੋੜੇ ਦੀਆਂ ਕਾਠੀਆਂ ਤੇ ਬਹਿ ਕੇ ਖਾਲਸੇ ਰਾਜ ਲਈ ਤੇਗਾਂ ਮਾਰੀਆਂ, ਉਹਨਾਂ ਨੂੰ ਨਾ ਲੂਣ ਦਾ ਸਵਾਦ ਪਤਾ ਤੇ ਨਾ ਘਿਓ ਦਾ ਸਵਾਦ ਪਤਾ। ਨੂਨ ਘਰਿਤ ਕੋ ਸਵਾਦ ਨਾ ਜਾਣੈ, ਇਹ ਲੂਣ ਤੇ ਘਰਿਤ ਘਿਓ ਦਾ ਸਵਾਦ ਨਹੀਂ ਜਾਣਦੇ। ਹਮ ਦੁਖ ਦੇਵਾ ਵੈ ਸੁਖ ਮਾਨੈ, ਤੇ ਜਦੋਂ ਅਸੀਂ ਉਹਨਾਂ ਨੂੰ ਦੁੱਖ ਦਿੰਦੇ ਹਾਂ ਉਹ ਸੁੱਖ ਕਰਕੇ ਮੰਨਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹ ਪੂਰਨ ਪੁਰਸ਼ ਸਨ ਨਾ, ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ। ਅਸੀਂ ਉਹਨਾਂ ਨੂੰ ਦੁੱਖ ਦਿੰਦੇ ਆ ਤੇ ਉਹ ਖੁਸ਼ ਹੁੰਦੇ ਨੇ, ਸਗੋਂ ਹੋਰ ਜ਼ਿਆਦਾ ਪ੍ਰਸੰਨ ਹੁੰਦੇ, ਸੁੱਖ ਕਰਕੇ ਮੰਨਦੇ ਹਨ। ਹਾੜ ਨਾ ਦਿਨ ਭਰ ਪੀਵੇ ਪਾਣੀ, ਹਾੜ ਦੇ ਦਿਨ ਹੋਣ, ਆਪਾਂ ਆ ਹਾੜ ਦਾ ਹੀ ਮਹੀਨਾ ਨਾ, ਤਰਾ ਤਰਾ ਕਰਕੇ ਉੱਠਦੇ ਨੇ ਲੋਕ, ਸਾਰਾ ਦਿਨ ਪਾਣੀ ਪੀ ਪੀ ਕੇ ਆਫਰੀ ਜਾਂਦੇ ਨੇ, ਫਿਰ ਵੀ ਪਿਆਸ ਨਹੀਂ ਬੁਝਦੀ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਾੜ ਨਾ ਦਿਨ ਭਰ ਪੀਵੇ ਪਾਣੀ। ਜ਼ਕਰੀਆ ਖਾਨ ਕਹਿੰਦਾ ਨਾਦਰ ਸ਼ਾਹ ਹਾੜ ਦੇ ਮਹੀਨੇ ਵਿੱਚ ਸਾਰਾ ਸਾਰਾ ਦਿਨ ਪਾਣੀ ਤੱਕ ਨਹੀਂ ਪੀਂਦੇ। ਤੜਕੇ ਕਿੱਥੋਂ ਲਾਵਣ? ਘੋੜੇ ਦੀਆਂ ਕਾਠੀਆਂ ਤੇ ਬੈਠੇ, ਪਤਾ ਨਹੀਂ ਦੁਸ਼ਮਣ ਕਿੱਧਰੋਂ ਆ ਜਾਣਾ। ਜਲ ਕਿੱਥੇ ਛਕਣਾ? ਸਿੰਘਾਂ ਨੇ ਜੰਗਲਾਂ ਵਿੱਚ, ਬੇਲਿਆਂ ਵਿੱਚ, ਖੱਡਿਆਂ ਵਿੱਚ, ਖੂਹਾਂ ਵਿੱਚ ਰਹਿ ਕੇ ਦਿਨ ਗੁਜ਼ਾਰਦੇ ਨੇ। ਹਾੜ ਦੇ ਮਹੀਨੇ ਵਿੱਚ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ। ਸਿਆਲੇ ਰੱਖੈ ਅਗਨ ਨਿਸ਼ਾਨੀ, ਸਿਆਲ ਦੇ ਵਿੱਚ ਅਗਨ ਦੀ ਨਿਸ਼ਾਨੀ ਵੀ ਨਹੀਂ ਰੱਖਦੇ। ਲੋਕ ਰਜਾਈਆਂ ਵਿੱਚ ਸੌਂਦੇ ਨੇ, ਉਹ ਘੋੜੇ ਦੀਆਂ ਕਾਠੀਆਂ ਤੇ ਬੈਠੇ ਨੇ। ਕਿਸੇ ਕੋਲ ਵਸਤਰ ਹੈਨ ਤੇ ਕਿਸੇ ਕੋਲ ਨਹੀਂ ਹੈਨ। ਇਸੇ ਪ੍ਰਕਾਰ ਰੱਸੀਆਂ ਦੇ ਗਾਤਰੇ ਬਣਾਏ ਸਿੰਘਾਂ ਨੇ, ਆਪਾਂ ਪਾਉਂਦੇ ਆ ਨਾ ਰੰਗ ਬਰੰਗੇ। ਭਾਈ ਗਿਆਨੀ ਗਿਆਨ ਸਿੰਘ ਜੀ ਲਿਖਦੇ ਪੰਥ ਪ੍ਰਕਾਸ਼ ਵਿੱਚ, ਕਹਿੰਦੇ ਵੀ ਉਹਨਾਂ ਦੀਆਂ ਖੁੰਡੀਆਂ ਤੇਗਾਂ ਪਰ ਤੁਰਕਾਂ ਦੀਆਂ ਤਿੱਖੀਆਂ ਤੇਗਾਂ ਨਾਲੋਂ ਜ਼ਿਆਦਾ ਮਾਰ ਕਰਦੀਆਂ ਨੇ। ਘੋੜੇ ਉਹਨਾਂ ਦੇ ਇਸ ਤਰ੍ਹਾਂ ਜਿਵੇਂ ਟੱਟੂ ਹੁੰਦੇ ਨੇ, ਗਧਾ ਵੇਖਿਆ ਨਾ ਮਰੀਅਲ ਜਿਹਾ, ਇੱਦਾਂ ਦੇ ਘੋੜੇ ਸਿੰਘਾਂ ਦੇ ਕੋਲ, ਕੋਈ ਬਹੁਤੇ ਤਗੜੇ ਘੋੜੇ ਵੇ ਨਹੀਂ ਸਨ। ਕਹਿੰਦੇ ਰੱਸੀਆਂ ਲੈ ਕੇ ਗੰਢਾਂ ਮਾਰ ਮਾਰ ਗਾਤਰੇ ਬਣਾਏ ਸਨ ਸਿੰਘਾਂ ਨੇ। ਇਹੋ ਜਿਹੇ ਹਾਲਾਤ ਸਨ ਸਿੰਘਾਂ ਦੇ ਜਦੋਂ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਸਨ। ਤੇ ਅੱਜ ਕੱਲ੍ਹ ਸਾਡੇ ਉਹ ਇਸੇ ਗੱਲ 'ਤੇ ਹੀ ਲੜੀ ਜਾਂਦੇ, ਕਦੀ ਵੀ ਆ ਜਿਹੜੀਆਂ ਸ਼ਹੀਦੀ ਦੇਗਾਂ ਤੇ ਮਹਾਂਪ੍ਰਸ਼ਾਦ 'ਤੇ ਹੀ ਲੜੀ ਜਾਂਦੇ ਨੇ ਲੋਕ। ਉਹਨਾਂ ਦੀ ਕੁਰਬਾਨੀ ਨਹੀਂ ਵੇਖਦੇ, ਉਹਨਾਂ ਨੇ ਕੁਰਬਾਨੀ ਕੀ ਕੀਤੀ ਹੈ। ਇਸੇ ਗੱਲ 'ਤੇ ਬਹਿਸੀ ਜਾਣਗੇ ਵੀ ਇਹ ਕਿੱਦਾਂ ਹੋ ਸਕਦਾ ਵੀ ਉਹਨਾਂ ਨੇ ਸ਼ਹੀਦੀ ਦੇਗਾਂ ਛਕ ਲਈਆਂ। ਹੁਣ ਚਲੋ ਸਮਾਂ ਹੋਇਆ, ਕਦੇ ਮੌਕਾ ਬਣਿਆ ਫਿਰ ਦੱਸਾਂਗੇ ਵੀ ਸ਼ਹੀਦੀ ਦੇਗ ਕਿਉਂ ਛਕੀ ਜਾਂਦੀ ਹੈ। ਮੈਂ ਛੋਟੀ ਜਿਹੀ ਉਦਾਹਰਣ ਦੇ ਦਿਆਂ। ਇੱਕ ਸਮੇਂ ਦੀ ਦਵਾਈ ਸੀ, ਤੁਹਾਨੂੰ ਬਿਮਾਰੀ ਲੱਗ ਜਾਏ ਨਾ, ਡਾਕਟਰ ਤੁਹਾਡੇ ਸਰੀਰ ਦੀ ਚੀਰ ਫਾੜ ਕਰਦਾ, ਆਪਰੇਸ਼ਨ ਕਰਦਾ, ਟੀਕਾ ਲਾਉਂਦਾ, ਜਿਹੜਾ ਕਿਹੜੇ ਸਾਲਟ ਹੁੰਦੇ ਨੇ ਉਹਦੇ ਵਿੱਚ, ਨਸ਼ਾ ਹੁੰਦਾ ਨਾ। ਪੇਨ ਕਿਲਰ ਕੀ ਹੁੰਦਾ? ਗੋਲੀ ਖਾ ਲਓ, ਨਸ਼ਾ ਹੁੰਦਾ, ਅਫੀਮ ਹੁੰਦੀ ਉਹਦੇ ਵਿੱਚ। ਪਹਿਲਾਂ ਦਵਾਈ ਆਉਂਦੀ ਸੀ ਤੇ ਜਿਹਦੇ ਵਿੱਚ ਸੱਪ ਦੇ ਜ਼ਹਿਰ ਤੱਕ ਵੀ ਪਾਏ ਜਾਂਦੇ ਸਨ, ਅੱਜ ਵੀ ਆਉਂਦੀਆਂ ਨੇ ਨਾ, ਨਸ਼ੇ ਹੁੰਦੇ ਉਹਨਾਂ ਦੇ ਵਿੱਚ। ਅਸੀਂ ਉਹ ਨਸ਼ਾ ਖਾ ਰਹੇ ਹਾਂ, ਸਾਨੂੰ ਇਹ ਤਾਂ ਤਕਲੀਫ ਕੋਈ ਨਹੀਂ ਵੀ ਜਿਹੜਾ ਨਸ਼ਾ ਅਸੀਂ ਐਲੋਪੈਥਿਕ ਦਵਾਈਆਂ ਰਾਹੀਂ ਖਾ ਰਹੇ ਹਾਂ। ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸ਼ਰਦਾਈ ਜਿਹੜਾ ਰਗੜ ਕੇ ਸਿੰਘ ਸ਼ਹੀਦੀ ਦੇਗਾਂ ਛਕ ਲੈਂਦੇ ਸਨ, ਉਹ ਐਂਟੀਬਾਇਓਟਿਕ ਸੀ ਉਸ ਸਮੇਂ ਦੇ ਵਿੱਚ। ਜਦੋਂ ਜੰਗ ਕਰਨਾ, ਸ਼ਸਤਰ ਲੱਗ ਜਾਣੇ, ਛਕ ਲੈਣਾ ਤੇ ਰਿਲੀਫ ਮਿਲਦਾ ਸੀ ਉਹਨਾਂ ਦੇ ਜ਼ਖਮਾਂ ਨੂੰ। ਜ਼ਖਮਾਂ ਦੀ ਤਾਬ ਚੱਲਣੀ ਔਖੀ ਹੁੰਦੀ ਸੀ, ਸ਼ਸਤਰ ਲੱਗਿਆ ਹੋਵੇ ਨਾ ਤੇ ਜ਼ਖਮ ਦੀ ਤਾਬ ਚੱਲਣੀ ਔਖੀ ਹੋ ਜਾਂਦੀ ਬੜੀ। ਸਾਡੀ ਮਾੜੀ ਜੀ ਉਂਗਲ ਕੱਟੀ ਜਾਏ ਤੇ ਉੱਥੇ ਅਸੀਂ ਤਰਾ ਤਰਾ ਕਰਕੇ ਉੱਠ ਪੈਂਦੇ ਆ। ਤੇ ਜਿਨ੍ਹਾਂ ਦੇ ਸਰੀਰ ਤੇ ਹਜ਼ਾਰਾਂ ਫੱਟ ਰੋਜ਼ ਲੱਗਦੇ ਨੇ ਤੇ ਉਹਨਾਂ ਨੂੰ ਤਾਂ ਇਲਾਜ ਚਾਹੀਦਾ ਸੀ ਨਾ। ਤੇ ਜੰਗਲ ਵਿੱਚ ਕਿਹੜਾ ਵੈਦ ਬੈਠੇ ਸੀ ਵੀ ਆਓ ਤੁਹਾਡਾ ਇਲਾਜ ਕਰ ਦਈਏ, ਤੁਹਾਡੀਆਂ ਪੱਟੀਆਂ ਬੰਨ੍ਹ ਦਈਏ। ਉਹ ਕਦੀ ਸੋਚਿਆ ਕਰੋ ਉਹਨਾਂ ਸਿੰਘਾਂ ਬਾਰੇ, ਕਿਹੋ ਜਿਹਾ ਸਮਾਂ ਸੀ। ਅਸੀਂ ਸੁੱਖੇ ਪਿੱਛੇ ਹੀ ਲੜੀ ਜਾਂਦੇ ਆ ਵੀ ਲੈ ਜੀ ਉਹ ਪੀਂਦੇ ਨਹੀਂ ਸਨ। ਇਸ ਕਰਕੇ ਖਾਲਸਾ ਜੀ ਉਸ ਸਮੇਂ ਵਿੱਚ ਲੋੜ ਸੀ ਤੇ ਸਿੰਘਾਂ ਨੇ ਜਿਹੜੀ ਚੀਜ਼ ਚਾਹੀਦੀ ਸੀ ਉਹ ਵਰਤੀ। ਉਹਨਾਂ ਦਾ ਦੂਸਰਾ ਪੱਖ ਵੇਖੋ, ਉਹਨਾਂ ਦੀ ਕੁਰਬਾਨੀ ਕਿੰਨੀ। ਆ ਕੀ ਕਹਿ ਰਹੇ ਭਾਈ ਰਤਨ ਸਿੰਘ? ਕਹਿੰਦੇ ਹਾੜ ਨਾ ਦਿਨ ਭਰ ਪੀਵੇਂ ਪਾਣੀ।
ਸਾਰਾ ਦਿਨ ਪਾਣੀ ਨਹੀਂ ਪੀਂਦੇ, ਹਾੜ ਦਾ ਮਹੀਨਾ। ਸਿਆਲਾ ਰੱਖਿਆ ਨਾ ਅਗਨ ਨਿਸ਼ਾਨੀ, ਤੁਸੀਂ ਜਾ ਕੇ ਕੰਬਲਾਂ 'ਚ ਵੜ ਜਾਂਦੇ ਹੋ। ਤੇ ਕਹਿੰਦੇ ਸਿਆਲ ਦੇ ਦਿਨ ਹੋਣੇ, ਕਈਆਂ ਕੋਲ ਚੋਲੇ ਹੋਣੇ, ਕਈਆਂ ਕੋਲ ਨਾ ਹੋਣੇ, ਤੇੜ ਕਸ਼ਹਿਰਾ ਹੋਣਾ, ਤੇ ਗਲ ਦੇ ਵਿੱਚ ਗਾਤਰੇ ਦੇ ਵਿੱਚ ਮਿਆਨ ਦੇ ਤੇਗ ਹੋਣੀ ਉਹਨਾਂ ਦੀ, ਤੇ ਰੱਸੀਆਂ ਨਾਲ ਗੰਢਾਂ ਬੰਨ ਕੇ ਗਾਤਰੇ ਬਣਾਏ ਹੋਣੇ। ਅੱਗ ਤੱਕ ਕੋਲ ਨਹੀਂ ਸਨ ਰੱਖਦੇ ਆਪਣੇ, ਵੀ ਅੱਗ ਹੀ ਸੇਕ ਲਈਏ। ਤੇ ਠੰਡ ਹੈ, ਠੰਡ ਦੇ ਵਿੱਚ ਠਰੂ ਕਰਦੇ ਜੰਗਲਾਂ ਵਿੱਚ ਫਿਰਦੇ ਹਨ। ਪੀਸਿਆ ਹੋਇਆ ਅਨਾਜ ਨਹੀਂ ਖਾਂਦੇ। ਕਿਹੜੀ ਚੱਕੀ ਲੱਗਦੀ ਜੰਗਲਾਂ 'ਚ ਜਿਹੜਾ ਪੀਸਿਆ ਅਨਾਜ ਉਹਨਾਂ ਨੇ ਖਾਣਾ। ਰਾਹ ਵਿੱਚੋਂ ਜੋ ਮਿਲ ਗਿਆ ਉਹਨਾਂ ਨੇ, ਜੰਗਲਾਂ ਵਿੱਚ ਪੱਤੇ ਨੋਚ ਕੇ ਖਾ ਲਏ, ਫਲ ਖਾ ਲਏ, ਤੇ ਜਿਹੜਾ ਇਸੇ ਤਰ੍ਹਾਂ ਕੱਚਾ ਅੰਨ ਮਿਲਣਾ ਉਹ ਅੰਨ ਲੈ ਕੇ ਇਸੇ ਤਰ੍ਹਾਂ ਹੀ ਛਕ ਲਿਆ। ਆਹਾ, ਪਰ ਜਦੋਂ ਲੋੜ ਹੁੰਦੀ ਆ ਨਾ, ਭੱਜ ਕੇ ਅੱਗੇ ਵੱਧ ਕੇ ਲੜਦੇ ਨੇ। ਸਾਡੇ ਇੱਥੇ ਕਿਲੋ ਖਾਣ ਵਾਲੇ ਮਾਸ ਸਿਪਾਹੀ ਜਿਹੜੇ ਨੇ, ਜੋ ਕਿਲੋ ਮਾਸ ਖਾ ਜਾਂਦੇ ਨੇ, ਉਹਨਾਂ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਸਿੰਘਾਂ ਦਾ ਟਾਕਰਾ ਕਰ ਸਕਣ। ਇਹੋ ਜਿਹੇ ਸਿੰਘ ਸਾਡੇ ਸਿਪਾਹੀਆਂ ਤੇ 100 ਸਿਪਾਹੀਆਂ ਤੇ ਕੱਲਾ ਸਿੰਘ ਭਾਰੂ ਪੈ ਜਾਂਦਾ ਹੈ। ਇੱਕ ਸਿੰਘ ਹੋਵੇ ਤੇ 100 ਜਾਣਿਆਂ ਨਾਲ ਜੰਗ ਕਰ ਲੈਂਦਾ ਹੈ। ਮਰਨ ਤੋਂ ਮੂਲ ਮਾਤਰ ਰੰਚਕ ਮਾਤਰ ਵੀ ਉਹ ਡਰਦੇ ਨਹੀਂ ਹਨ। ਉਹਨਾਂ ਦੇ ਹਿਰਦੇ ਵਿੱਚ ਦੀਨ ਮਜ਼ਹਬ ਦੇ ਵਾਸਤੇ ਮਰਨ ਦਾ ਚਾਹ ਹਮੇਸ਼ਾ ਰਹਿੰਦਾ। ਉਹ ਧਰਮ ਦੀ ਖਾਤਰ ਮਰਨ ਲਈ ਤਿਆਰ ਰਹਿੰਦੇ ਹਨ। ਇਸੇ ਪ੍ਰਕਾਰ ਅਸੀਂ ਉਹਨਾਂ ਸਿੰਘਾਂ ਨੂੰ ਮਾਰਦਿਆਂ ਥੱਕ ਗਏ ਨੇ, ਪਰ ਉਹ ਮੁੱਕਦੇ ਕੋਈ ਨਹੀਂ। ਸਾਡੇ ਹਥਿਆਰ ਖੁੰਡੇ ਹੋ ਗਏ, ਪਰ ਉਹ ਸਿੰਘ ਨਹੀਂ ਮੁੱਕੇ। ਮਾਰ ਕੇ ਅਸੀਂ ਉਹਨਾਂ ਸਿੰਘਾਂ ਦੇ ਪਰਿਵਾਰ ਖਤਮ ਕਰ ਦਿੱਤੇ। ਨਾ ਬਜ਼ੁਰਗ ਰਹਿਣ ਦਿੱਤਾ, ਨਾ ਬੀਬੀਆਂ ਰਹਿਣ ਦਿੱਤੀਆਂ, ਨਾ ਬੱਚੇ ਰਹਿਣ ਦਿੱਤੇ। ਪਰ ਪਤਾ ਨਹੀਂ ਨਾਦਰ ਸ਼ਾਹ ਇਹ ਸਿੰਘ ਕਿਹੋ ਜਿਹੇ, ਕਿਸ ਮਿੱਟੀ ਤੋਂ ਬਣੇ ਨੇ, ਜਿੰਨੇ ਮਾਰਦੇ ਆ ਉਨੇ ਹੀ ਵੱਧ ਜਾਂਦੇ ਹਨ। ਫਿਰ ਨਾਦਰ ਸ਼ਾਹ ਸੋਚਣ ਲੱਗਾ ਵੀ ਕੋਈ ਖਾਸ ਗੱਲ ਤਾਂ ਹੋਵੇਗੀ, ਵੀ ਇਹ ਕੋਈ ਆਮ ਬੰਦੇ ਨਹੀਂ ਲੱਗਦੇ, ਵੀ ਇਹੋ ਜਿਹਾ ਸੰਕਟ ਦਾ ਔਖਾ ਸਮਾਂ ਕੱਟਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਨਾਦਰ ਸ਼ਾਹ ਕਹਿਣ ਲੱਗਾ ਖਾਨੂ ਨੂੰ, ਖਾਨੂ ਦੱਸ ਇਹਨਾਂ ਦਾ ਪੀਰ ਕੌਣ ਹੈ, ਇਹਨਾਂ ਦਾ ਮਾਲਕ ਕੌਣ ਹੈ? ਜੇ ਤਾਂ ਉਹਨਾਂ ਦਾ ਕੋਈ ਪੀਰ ਹੈ, ਕੋਈ ਤਾਕਤਵਰ, ਤਾਂ ਵੀ ਦੱਸ। ਜੇ ਉਹ ਆਪਣੇ ਆਪ ਹੀ ਵੱਧ ਗਏ ਨੇ, ਭਾਵ ਤੇਰੀ ਪ੍ਰਜਾ ਸੀ ਤੇ ਬਾਗੀ ਹੋ ਗਈ, ਫਿਰ ਤਾਂ ਉਹਨਾਂ ਨੂੰ ਮਾਰਨਾ ਬੜਾ ਸੌਖਾ ਹੈ, ਸਾਡੇ ਲਈ ਕੋਈ ਔਖੀ ਗੱਲ ਨਹੀਂ। ਪਰ ਜੇ ਉਹਨਾਂ ਦਾ ਕੋਈ ਮਹਾਬਲੀ ਪੀਰ ਹੋਇਆ ਤੇ ਫਿਰ ਮੈਨੂੰ ਲੱਗਦਾ ਵੀ ਇਹਨਾਂ ਦਾ ਮੁਕਾਬਲਾ ਕਰਨਾ ਬੜਾ ਕਠਿਨ ਹੈ। ਫਿਰ ਖਾਨੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਗੱਲ ਕਰਨ ਲੱਗਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵਿੱਚ ਜਿਸ ਤਰ੍ਹਾਂ ਲਿਖਿਆ ਹੋਇਆ, ਉਹਨਾਂ ਦੇ ਕੌਤਕ, ਜਿਵੇਂ ਸਿੱਖੀ ਦਾ ਪ੍ਰਚਾਰ ਕੀਤਾ, ਕਰਾਮਾਤਾਂ ਵਿਖਾਈਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਨੁੱਖਤਾ ਨੂੰ ਸਹੀ ਰਾਹ ਪਾਇਆ। ਖਾਨ ਬਹਾਦਰ ਜਿੰਨਾ ਕੁ ਜਾਣਦਾ ਸੀ, ਉਹਨੇ ਸਾਰਾ ਕੁਝ ਗੁਰੂ ਨਾਨਕ ਸਾਹਿਬ ਜੀ ਦੀ ਬਾਬਤ ਨਾਦਰ ਸ਼ਾਹ ਨੂੰ ਦੱਸਿਆ ਹੈ। ਜਿਸ ਤਰ੍ਹਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਨੂੰ ਮਾਰਿਆ, ਚਰਖੜੀਆਂ ਤੇ ਚਾੜਿਆ, ਸੀਸ ਲਾ ਦਿੱਤੇ, ਪੁੱਠੀਆਂ ਖੱਲਾਂ ਲੁਹਾ ਦਿੱਤੀਆਂ, ਅੱਗ ਵਿੱਚ ਦੇਗਾਂ ਵਿੱਚ ਉਬਾਲ ਕੇ ਇਸੇ ਤਰ੍ਹਾਂ ਸਾੜ ਕੇ ਮਾਰ ਦਿੱਤਾ ਹੈ। ਸੋ ਜ਼ਕਰੀਆ ਖਾਨ ਜਿਵੇਂ ਸਿੰਘਾਂ ਦੇ ਨਾਲ ਉਹਨੇ ਖੁਆਰੀ ਕੀਤੀ, ਉਹ ਸਾਰੀ ਗੱਲ ਦੱਸਦਾ ਹੈ। ਜਿਸ ਪ੍ਰਕਾਰ ਨਾਲ ਗੁਰੂ ਕੇ ਸਿੱਖਾਂ ਨੇ ਕਰਾਮਾਤਾਂ ਵਿਖਾਈਆਂ ਹਨ, ਸਿੱਖਾਂ ਦੀ ਕਰਾਮਾਤ ਵੀ ਦੱਸੀ, ਉਹਨਾਂ ਦੇ ਕੌਤਕ ਵੀ ਦੱਸੇ, ਤੇ ਨਾਲ ਕਹਿੰਦੇ ਜਿਮ ਸਤਿਗੁਰ ਸੋ ਕੀਨੋ ਘਾਤ। ਜਿਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਨੇ, ਜੈਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ, ਉਹਨਾਂ ਸ਼ਹੀਦ ਕੀਤਾ, ਸਤਿਗੁਰਾਂ ਦਾ ਕਤਲ ਕੀਤਾ, ਉਹ ਵੀ ਉਹਨੇ ਬੜੇ ਮਾਣ ਨਾਲ ਦੱਸਿਆ
ਕਿ ਇਹਨਾਂ ਦਾ ਗੁਰੂ ਜਿਹੜਾ ਸੀ ਉਹ ਅਸੀਂ ਕਤਲ ਕਰ ਦਿੱਤਾ ਸੀ ਲਾਹੌਰ ਦੇ ਵਿੱਚ। ਪੁੱਛ ਪੁੱਛ ਨਾਦਰ ਸਭ ਸੁਣ ਲਇਓ। ਇਸੇ ਤਰ੍ਹਾਂ ਹੌਲੀ ਹੌਲੀ ਪੁੱਛ ਕੇ ਨਾਦਰ ਸ਼ਾਹ ਨੇ ਸਾਰੀ ਗੱਲ ਸੁਣ ਲਈ। ਸਭੋ ਭੇਤ ਤਬ ਖਾਨੂ ਦਇਓ। ਖਾਨੂ ਨੇ ਸਾਰਾ ਭੇਤ ਨਾਦਰ ਸ਼ਾਹ ਨੂੰ ਦੱਸ ਦਿੱਤਾ ਹੈ। ਤੇਗ ਬਹਾਦਰ ਜਿਮ ਸਿਰ ਦਇਓ। ਜਿਵੇਂ ਔਰੰਗਜ਼ੇਬ ਦੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣਾ ਸੀਸ ਦਿੱਤਾ, ਆਖਣ ਲੱਗਾ ਬੜੇ ਮਾਣ ਦੇ ਨਾਲ ਕਿ ਤੁਰਕਾਂ ਨੇ ਇਹਨਾਂ ਦੇ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਹੈ। ਜਿਨਕਰ ਚਾਰ ਸ਼ਹਿਜ਼ਾਦੇ ਹਇਓ। ਜਿਵੇਂ ਇਸੇ ਪ੍ਰਕਾਰ ਸਰਹੰਦ ਦਾ ਜਿਹੜਾ ਨਵਾਬ ਵਜੀਦ ਖਾਨ, ਜਿਵੇਂ ਉਹਨੇ 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਜੈਸੇ 2 ਜਿਹੜੇ ਸਾਹਿਬਜ਼ਾਦੇ ਸਨ ਵੱਡੇ, ਉਹ ਚਮਕੌਰ ਸਾਹਿਬ ਸ਼ਹੀਦ ਹੋ ਗਏ ਜੰਗ ਕਰਦਿਆਂ ਫੌਜਾਂ ਨਾਲ। 2 ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸਜ਼ਾਵਾਂ ਦੇ ਕੇ ਤੇ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤੇ ਹਨ। ਨਾਦਰ ਸੁਨ ਸੀਸ ਹਲਾਇਓ। ਨਾਦਰ ਸ਼ਾਹ ਨੇ ਜਦੋਂ ਗੱਲ ਸੁਣੀ ਤੇ ਸਿਰ ਮਾਰ ਦਿੱਤਾ। ਏਡਾ ਪਾਪ ਕਹਿੰਦਾ ਤੁਸੀਂ ਕੀਤਾ ਹੈ, ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ। ਗੁਰੂ ਨਾਨਕ ਸਾਹਿਬ ਏਡੇ ਵੱਡੇ ਪੀਰ ਹੋਏ, ਉਹਨਾਂ ਦੀ ਸੰਗਤ ਮਾਰ ਦਿੱਤੀ। ਗੁਰੂ ਨਾਨਕ ਸਾਹਿਬ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਸਾਹਿਬ ਨੂੰ ਤਸੀਹੇ ਦੇ ਕੇ ਮਾਰਿਆ। 9ਵੇਂ ਪਾਤਸ਼ਾਹ ਨੂੰ ਤਸੀਹੇ ਦੇ ਕੇ ਮਾਰਿਆ। ਮਾਤਾ ਗੁਜਰੀ ਨੂੰ ਠੰਡੇ ਬੁਰਜ ਵਿੱਚ ਰੱਖ ਕੇ ਤੇ ਉੱਤੋਂ ਧੱਕਾ ਦੇ ਕੇ ਤੁਸੀਂ ਸ਼ਹੀਦ ਕਰ ਦਿੱਤਾ। ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਤੇ ਉਹਨੇ ਸਿਰ ਹਿਲਾ ਦਿੱਤਾ, ਆਖਿਆ ਵੀ ਤੁਹਾਡਾ ਮਾੜਾ ਸਮਾਂ ਨੇੜੇ ਆ ਗਿਆ ਹੈ। ਆਪਨੋ ਕੀਨੋ ਅਬ ਤੁਮ ਪਾਇਓ। ਇਹ ਬਚਨ ਆਖਿਆ ਕਿ ਤੁਸੀਂ ਆਪਣਾ ਕੀਤਾ ਹੁਣ ਪ੍ਰਾਪਤ ਕੀਤਾ ਆ। ਜੋ ਤੁਸੀਂ ਕੁਕਰਮ ਕੀਤੇ ਨਾ ਹਿੰਦੁਸਤਾਨੀਓ, ਤੇ ਤੁਸੀਂ ਆਪਣੇ ਕੀਤੇ ਹੋਏ ਕਰਮ ਦਾ ਫਲ ਹੁਣ ਪ੍ਰਾਪਤ ਕੀਤਾ ਹੈ। ਸੋ ਅਬ ਜੀਤੇ ਜਾਵੇ ਨਾਹੀ। ਇੱਕ ਗੱਲ ਯਾਦ ਰੱਖੀ ਜ਼ਕਰੀਆ ਖਾਨ, ਇਹਨੇ ਤਾਂ ਸਿੰਘਾਂ ਵਾਸਤੇ ਨਾਦਰ ਸ਼ਾਹ ਨੂੰ ਰੋਕਿਆ ਸੀ ਨਾ, 3 ਕਰੋੜ ਦਿਆਂਗਾ। ਉਹ ਫਿਰ ਜਾਂਦਿਆਂ ਇੱਕ ਗੱਲ ਕਹਿ ਕੇ ਗਿਆ, ਸੋ ਅਬ ਜੀਤੇ ਜਾਵੇ ਨਾਹੀ, ਹੁਣ ਸਿੰਘ ਤੇਰੇ ਤੋਂ ਜਿੱਤੇ ਨਹੀਂ ਜਾਣਗੇ। ਭਾਵੇਂ ਤੇਰੀਆਂ ਕੁੱਲਾਂ ਵੀ ਆ ਜਾਣ ਨਾ, ਤੇਰੇ ਵੱਡੇ ਵਡੇਰੇ ਵੀ ਆ ਜਾਣ, ਤੇਰੇ ਕੋਲੋਂ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਨਹੀਂ ਜਿੱਤੇ ਜਾਵਣਗੇ। ਸਾਹਿਬ ਆਪ ਪਨਾਹੀ। ਕਹਿੰਦੇ ਜਿਨ੍ਹਾਂ ਨੂੰ ਸ਼ਰਨ ਦੇਣ ਵਾਲਾ, ਪਨਾਹ ਦੇਣ ਵਾਲਾ ਉਹ ਸਾਹਿਬ ਖੁਦਾ ਮਾਲਕ ਆਪ ਹੋਵੇ ਨਾ, ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਜਿਹੜਾ ਉਸ ਮਾਲਕ ਦਾ ਗੁਲਾਮ ਬੰਦਾ ਬਣ ਜਾਏ, ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ, ਉਹਨੂੰ ਕਿਸੇ ਦੀ ਮੁਸ਼ੰਦਗੀ ਮੁਥਾਜੀ ਨਹੀਂ ਰਹਿੰਦੀ। ਖੁਦਾ ਇਹਨਾਂ ਨੂੰ ਆਪਣੀ ਪਨਾਹ ਦੇਣ ਵਾਲਾ, ਯਾਦ ਰੱਖੀ ਨਾ ਸਿੰਘਾਂ ਨੂੰ ਕੋਈ ਮਾਰ ਨਹੀਂ ਸਕਦਾ। 1796 ਨਾਦਰ ਗਇਓ ਗੰਧਾਰ। ਇਸ ਤਰ੍ਹਾਂ ਸਿਰ ਹਿਲਾ ਕੇ, ਸਿਰ ਮਾਰ ਕੇ, ਲਾਂਤਾਂ ਪਾ ਕੇ ਜ਼ਕਰੀਆ ਖਾਨ ਨੂੰ ਨਾਦਰ ਸ਼ਾਹ 1796 ਨੂੰ ਵਾਪਸ ਕਾਬਲ ਕੰਧਾਰ ਦੇ ਇਲਾਕੇ ਵਿੱਚ ਚਲਿਆ ਗਿਆ ਹੈ। ਖਾਨ ਬਹਾਦਰ ਖਿਜ ਤਬੈ ਧਰੀ ਸਿੰਘਨ ਫਿਰ ਮਾਰ। ਖਾਨ ਬਹਾਦਰ ਖਿਜ ਗਿਆ। ਇਹ ਤਾਂ ਕੰਮ ਉਲਟ ਹੋ ਗਿਆ। ਮੈਂ ਤਾਂ ਸੱਦਿਆ ਸੀ ਵੀ ਨਾਦਰ ਸ਼ਾਹ ਮਦਦ ਕਰੇਗਾ, ਉਹ ਤਾਂ ਕਹਿ ਗਿਆ ਵੀ ਸਿੰਘਾਂ ਨੂੰ ਕੋਈ ਜਿੱਤ ਨਹੀਂ ਸਕਦਾ। ਇਸ ਗੱਲ ਤੋਂ ਖਿਜ ਗਿਆ। ਖਿਜ ਕੇ ਨਾ ਗੁੱਸੇ ਨਾਲ ਲਾਲ ਪੀਲਾ ਹੋ ਕੇ ਜ਼ਕਰੀਆ ਖਾਨ ਨੇ ਹੋਰ ਅਤਿਆਚਾਰ ਵਧਾ ਦਿੱਤੇ ਸਿੰਘਾਂ ਉੱਪਰ। ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਚੌਪਈ ਮਾਰਤ ਮਾਰਤ ਸੋ ਮਰ ਗਇਓ। ਖਾਲਸਾ ਜੀ, ਜ਼ਕਰੀਆ ਖਾਨ ਸਿੰਘਾਂ ਨੂੰ ਮਾਰਦਾ ਮਰਦਾ ਆਪ ਮਰ ਗਿਆ ਹੈ। ਇਨਕੋ ਕਰਨੋ ਜੋ ਕੁਛ ਰਹਿਓ। ਜੋ ਕੁਝ ਉਹਨੇ ਕਰਨਾ ਸੀ ਉਹਨੇ ਸਭ ਕੁਝ ਕਰ ਲਿਆ ਹੈ। ਸੋ ਸੁਣਿਓ ਸੋ ਦੇਉ ਆਖ। ਜੋ ਕੁਝ ਭਾਈ ਰਤਨ ਸਿੰਘ ਕਹਿੰਦੇ ਮੈਂ ਸੁਣਿਆ, ਮੈਂ ਤੁਹਾਨੂੰ ਸੁਣਾਉਂਦਾ ਹਾਂ। ਪੁਰਾਤਨ ਜਿਵਨੇ ਭਾਖ। ਜਿਵੇਂ ਸਾਡੇ ਪੁਰਾਤਨ ਪੁਰਖ ਬਜ਼ੁਰਗ ਸਿਆਣੇ ਸਿੰਘ ਕਹਿ ਗਏ, ਮੈਂ ਤੁਹਾਨੂੰ ਸਾਰੀ ਕਥਾ ਸੁਣਾਵਾਂਗਾ। ਜ਼ਕਰੀਆ ਖਾਨ ਨੇ ਕਸਰ ਨਹੀਂ ਸੀ ਕੋਈ ਛੱਡੀ ਸਿੰਘਾਂ ਨੂੰ ਸ਼ਹੀਦ ਕਰਨ ਦੀ। ਜੋ ਰਸਤਾ ਉਹਨੇ ਅਪਣਾਇਆ, ਜੋ ਤਰੀਕਾ ਨੂੰ ਚੰਗਾ ਲੱਗਿਆ ਵੀ ਵੱਧ ਤੋਂ ਵੱਧ ਕਿਵੇਂ ਇਹਨਾਂ ਨੂੰ ਤਸੀਹੇ ਦਿੱਤੇ ਜਾਣ, ਕਿਵੇਂ ਜਲੀਲ ਕੀਤਾ ਜਾਏ, ਉਹਨੇ ਹਰ ਇੱਕ ਰਸਤਾ ਅਪਣਾਇਆ ਜ਼ਕਰੀਆ ਖਾਨ ਨੇ। ਖਿੱਚ ਗਿਆ ਨਾਦਰ ਸ਼ਾਹ ਦੇ ਜਾਣ ਤੋਂ ਬਾਅਦ। ਸੋ ਇਸੇ ਪ੍ਰਕਾਰ ਨਾਦਰ ਸ਼ਾਹ ਤਾਂ ਹਿੰਦੁਸਤਾਨ ਨੂੰ ਲੁੱਟ ਕੇ ਚਲਾ ਗਿਆ, ਪਰ ਸਿੰਘਾਂ ਨੇ ਉਹਨੂੰ ਲੁੱਟ ਲਿਆ। ਪਰ ਜਾਂਦੀ ਵਾਰ ਉਹ ਹਿੰਦੁਸਤਾਨ ਨੂੰ ਉਹਨਾਂ ਦਾ ਨਕਸ਼ਾ ਜ਼ਰੂਰ ਵਿਖਾ ਗਿਆ। ਜੋ ਉਹਨਾਂ ਨੇ ਪਾਪ ਕੀਤੇ ਸਨ, ਉਹਨਾਂ ਦੀ ਸ਼ਕਲ ਸੱਚ ਦੇ ਸ਼ੀਸ਼ੇ ਵਿੱਚ ਵਿਖਾ ਕੇ ਗਿਆ। ਤੁਸੀਂ ਆਪਣਾ ਕੀਤਾ ਪ੍ਰਾਪਤ ਕੀਤਾ ਤੇ ਫਲ ਭੋਗੋਗੇ ਰੱਬ ਦੀ ਖੁਦਾ ਦੀ ਦਰਗਾਹ ਵਿੱਚ ਜਾ ਕੇ। ਇਸੇ ਪ੍ਰਕਾਰ ਅੱਗੇ ਜਿਵੇਂ ਲਾਹੌਰ ਦਾ ਸੂਬੇਦਾਰ ਸਿੰਘਾਂ ਦੇ ਅਤਿਆਚਾਰ ਕਰੇਗਾ, ਆਪਾਂ ਕੱਲ੍ਹ ਦੇ ਪ੍ਰਕਰਣਾਂ ਵਿੱਚ ਇਹ ਸਾਰੀ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾ,
हे समरथ अगम पूरण मोहे मया तार अंधकूप महाभयान नानक पार्योता आए प्रभ शरणागति कृपा निध दया एक अखर हर मन बस्तो नानक होत आए प्रभ शरणागति कृपा निध दया एक अखर हर मन बस्त नानक होत निहा वाहिगुरु नाम जहाज है चढ़े सो उतरे पार जो शरदा कर सेवंदे गुर पार उतारण जो शरदा कर सेवंदे गुर पार उतारण हार। वाहिगुरु जी का खालसा वाहिगुरु जी की फतेह।